डेली पोस्ट पंजाब हरियाणा हिमाचल देख रहे हो तुसीं ते मैं बलदीप सिंह लैके हाज़र हाँ डेली डिबेट। सारे दर्शकों को नमस्कार ते सत श्री अकाल। सो शुरुआत करते हैं अज की डिबेट की। जी हाँ, गलबात अज करांगे नशिਆਂ ਨੂੰ लैके। दरअसल पंजाब दरियावां की धरती है, पर 6वें दरिया का भी अक्सर जिक्र होंदा है और पूरे भारत दे विच भी इस वेले नशिਆਂ का जिक्र हो रहा है, क्योंकि NCB नारकोटिक्स जिहड़ी ब्यूरो है उसके वलों जो अंकड़ा जारी किया गया कि अज देश दे विच 1,40,000 तो वध किलोग्राम के जिहड़े जो नशीला पदार्थ सी उसनूं नष्ट किया गया। वख-वख उहदे विच सूबे हैगे ने, चाहे हैदराबाद की गल की जाए, हरियाणा की गल की जाए, तमाम जिहड़े सूबे ने उन्हां दे विच वख-वख थावां दे उपर जिहड़े ने ਉਹ नशीले पदार्थ नष्ट किए गए हैं। नाल दी नाल ਅੰਮ੍ਰਿਤਸਰ ਦੇ ਵਿੱਚ NCB ਦੀ ਜਿਹੜੀ ਇੱਕ ਇਕਾਈ ਹੈ उसका मुख ਜਿਹੜਾ उसका दफ्तर है ਜਿਹੜਾ ਉਸ ਦਾ ਉਦਘਾਟਨ भी ਅੱਜ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਉਹਨਾਂ ਦੇ ਵੱਲੋਂ ਕੀਤਾ ਗਿਆ। ਨੀਂਹ ਪੱਥਰ ਹੈ ਜਿਹੜਾ उसका ਉਹ ਰੱਖਿਆ ਗਿਆ ਹੈਗਾ, ਵਰਚੁਅਲੀ ਹਾਲਾਂਕਿ ਰੱਖਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਵੀ ਉਸ ਮੀਟਿੰਗ ਦਾ ਹਿੱਸਾ ਰਹੇ ਨੇ। ਸੋ ਗੱਲ ਅੱਜ ਨਸ਼ਿਆਂ ਦੀ ਕਰਾਂਗੇ ਕਿ ਕਿੰਨਾ ਕੁ ਨਸ਼ਾ ਜਿਹੜਾ ਉਸਦੇ ਉੱਪਰ ਰੋਕਥਾਮ ਹੋਈ ਹੈ। ਇਹ ਤਾਂ ਦਾਵਾ ਹੋ ਰਿਹਾ ਕਿ ਵੱਡੇ ਪੱਧਰ ਦੇ ਉੱਪਰ ਨਸ਼ਾ ਬਰਾਮਦਗੀ ਹੋਈ ਹੈ ਤੇ ਉਸ ਨਸ਼ੇ ਨੂੰ ਨਸ਼ਟ ਕੀਤਾ ਗਿਆ, ਪਰ ਤਸਵੀਰਾਂ ਲਗਾਤਾਰ ਇਹ ਵੀ ਤਾਂ ਸਾਹਮਣੇ ਆਉਂਦੀਆਂ ਨੇ ਕਿ ਵੱਖ-ਵੱਖ ਥਾਵਾਂ ਦੇ ਉੱਪਰ ਨਸ਼ੇ ਕਰਨ ਦੇ ਨਾਲ ਨੌਜਵਾਨ ਨੇ ਜਿਹੜੇ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ। ਜੇਕਰ ਨਸ਼ਾ ਜਿਹੜਾ ਫੜਿਆ ਗਿਆ ਉਹਦੀ ਮਾਤਰਾ ਵੱਡੀ ਹੈ ਤਾਂ ਫਿਰ ਇਹ ਸੋਚੋ ਕਿ ਉਹਦੀ ਮਾਤਰਾ ਕਿੰਨੀ ਵੱਡੀ ਹੋਏਗੀ ਜਿਹੜਾ ਨਸ਼ਾ ਨੌਜਵਾਨ ਕਰ ਰਹੇ ਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਹੈ। ਇਸ ਨੂੰ ਲੈ ਕੇ ਗੱਲਬਾਤ ਹੋਏਗੀ। ਸੋ ਪਹਿਲਾਂ ਇੱਕ ਰਿਪੋर्ट ਜ਼ਰੀਏ ਸਾਰਾ ਮਾਮਲਾ ਸਮਝ ਲੈਂਦੇ ਹਾਂ ਔਰ ਫਿਰ ਸਿੱਧਾ ਚਰਚਾ ਤੇ ਆਵਾਂਗੇ। ਨਸ਼ਿਆਂ ਖਿਲਾਫ ਅਕਸਰ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਦੇ ਵੱਲੋਂ ਵੱਡੇ ਕਦਮ ਚੁੱਕੇ ਜਾਣ ਦੀ ਗੱਲ ਕਹੀ ਜਾਂਦੀ ਹੈ। ਇਸੇ ਦੇ ਚੱਲਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਰਚੁਅਲ ਮੌਜੂਦਗੀ ਦੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 2381 ਕਰੋੜ ਰੁਪਏ ਦੇ 1,40,000 ਕਿਲੋਗ੍ਰਾਮ ਤੋਂ ਵੱਧ ਦੇ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ। ਨਾਰਕੋਟਿਕਸ ਕੰਟਰੋਲ ਬਿਊਰੋ ਦੀ ਹੈਦਰਾਬਾਦ ਯੂਨਿਟ ਦੇ ਵੱਲੋਂ 6,590 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ। ਇਸੇ ਤਰੀਕੇ ਨਾਲ ਇੰਦੌਰ ਯੂਨਿਟ ਦੇ ਵੱਲੋਂ 822 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ ਤੇ ਜੰਮੂ ਯੂਨਿਟ ਦੇ ਵੱਲੋਂ 326 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸੂਬੇ ਦੀਆਂ ਏਜੰਸੀਆਂ ਨੇ ਵੀ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ। ਗੱਲ ਮੱਧ ਪ੍ਰਦੇਸ਼ ਦੀ ਕਰੀਏ ਤਾਂ ਮੱਧ ਪ੍ਰਦੇਸ਼ ਦੇ ਵਿੱਚ 1,03,884 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ। ਅਸਾਮ ਦੇ ਵਿੱਚ 1,486 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ। ਇਸੇ ਤਰੀਕੇ ਦੇ ਨਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ 229 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ। ਗੋਆ ਦੇ ਵਿੱਚ 25 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ। ਗੁਜਰਾਤ ਵਿੱਚ 4,277 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ। ਹਰਿਆਣਾ ਦੇ ਵਿੱਚ 2,458 ਕਿਲੋਗ੍ਰਾਮ ਨਸ਼ੀਲਾ ਪਦਾਰਥ ਜਿਹੜਾ ਉਸ ਨੂੰ ਨਸ਼ਟ ਕੀਤਾ ਗਿਆ। ਇਸੇ ਤਰੀਕੇ ਨਾਲ ਜੰਮੂ ਕਸ਼ਮੀਰ ਦੇ ਵਿੱਚ 4,069 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਹੋਇਆ। ਮਹਾਰਾਸ਼ਟਰ ਦੇ ਵਿੱਚ 159 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ। ਇਸੇ ਤਰੀਕੇ ਨਾਲ ਤ੍ਰਿਪੁਰਾ ਦੇ ਵਿੱਚ ਵੀ 1,803 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ ਤੇ ਉੱਤਰ ਪ੍ਰਦੇਸ਼ ਦੇ ਵਿੱਚ 4,049 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ। ਇਸ ਨਾਲ ਸਿਰਫ 1 ਸਾਲ ਦੇ ਵਿੱਚ ਨਸ਼ਟ ਕੀਤੇ ਨਸ਼ਿਆਂ ਦੀ ਕੁੱਲ ਮਾਤਰਾ 12,000 ਕਰੋੜ ਰੁਪਏ ਦੀ ਕੀਮਤ ਦੇ ਨਾਲ ਲਗਭਗ 10 ਲੱਖ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। 1 ਜੂਨ 2022 ਤੋਂ 15 ਜੁਲਾਈ 2023 ਤੱਕ NCB ਦੀਆਂ ਖੇਤਰੀ ਇਕਾਈਆਂ ਅਤੇ ਰਾਜਾਂ ਦੀਆਂ ਨਸ਼ੀਲੇ ਪਦਾਰਥ ਵਿਰੋਧੀ ਟਾਸਕ ਫੋਰਸਾਂ ਨੇ ਸਮੂਹਿਕ ਤੌਰ ਤੇ 9,580 ਕਰੋੜ ਰੁਪਏ ਦੀ ਕੀਮਤ ਦੇ ਨਾਲ 8,76,554 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ। NCB ਦੀ ਇਸ ਬੈਠਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਰਚੁਅਲੀ ਹਿੱਸਾ ਲਿਆ। ਇਸ ਦੇ ਨਾਲ ਹੀ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ NCB ਦੀ ਖੇਤਰੀ ਇਕਾਈ ਦਾ ਨੀਂਹ ਪੱਥਰ ਰੱਖਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਨਾਲ ਵਰਚੁਅਲ ਬੈਠਕ ਮਗਰੋਂ CM ਮਾਨ ਦੇ ਵੱਲੋਂ ਵੀ ਕੁਝ ਵੇਰਵੇ ਸਾਂਝੇ ਕੀਤੇ ਗਏ, ਜਿਸ ਵਿੱਚ ਉਹਨਾਂ ਦੇ ਵੱਲੋਂ 1,000 ਕਿਲੋ ਹੈਰੋਇਨ ਜ਼ਬਤ ਕਰਨ ਅਤੇ 22,000 ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ। ਕਾਫੀ ਵੱਡੀ ਮਾਤਰਾ ਦੇ ਵਿੱਚ ਡਰੱਗਸ ਦੀ ਰਿਕਵਰੀ ਹੋਈ ਇਸ ਪੀਰੀਅਡ ਦੇ ਦੌਰਾਨ, ਜਿਹਦੇ ਵਿੱਚ ਹੈਰੋਇਨ ਜਿਹੜੀ ਆ ਟੋਟਲ 1220 ਕਿਲੋ ਹੈਰੋਇਨ ਜਿਹੜੀ ਆ ਉਹ ਜ਼ਬਤ ਕੀਤੀ ਗਈ ਆ, ਜਿਹਦੇ ਵਿੱਚੋਂ 147 ਕਿਲੋ ਜਿਹੜੀ ਸੀ ਉਹ ਦੂਸਰੀਆਂ ਸਟੇਟਸ ਤੋਂ ਪੰਜਾਬ ਪੁਲਿਸ ਦੀ ਐਕਟਿਵ ਇਨਫੋਰਸਮੈਂਟ ਦੇ ਨਾਲ ਤੇ 1073 ਕਿਲੋ ਦੇ ਕਰੀਬ ਜਿਹੜੀ ਆ ਪੰਜਾਬ ਦੇ ਅੰਦਰੋਂ ਰਿਕਵਰ ਕੀਤੀ ਗਈ ਹੈ। 797 ਕਿਲੋਗ੍ਰਾਮ ਓਪੀਐਮ ਰਿਕਵਰ ਕੀਤੀ ਹੈ। 375 ਕੁਇੰਟਲ ਪੌਪੀ ਹਸਕ ਰਿਕਵਰ ਕੀਤੀ ਹੈ। 45 ਕਿਲੋ ਚਰਸ, 902 ਕਿਲੋ ਗਾਂਜਾ
ਤੇ 65,49,399 ਜਿਹੜੀਆਂ ਨੇ ਉਹ ਇੰਜੈਕਸ਼ਨਸ, ਟੈਬਲੇਟਸ ਤੇ ਅਲੱਗ-ਅਲੱਗ ਯੂਨਿਟਸ ਜਿਹੜੇ ਆ ਉਹ ਇਸ ਸਮੇਂ ਦੇ ਦੌਰਾਨ ਜ਼ਬਤ ਕੀਤੇ ਗਏ ਆ। ਵੱਡੀ ਮਾਤਰਾ ਦੇ ਵਿੱਚ ਡਰੱਗ ਮਨੀ ਰਿਕਵਰ ਕੀਤੀ ਹੈ, ਜਿਹਦੇ ਚ 12 ਕਰੋੜ 33 ਲੱਖ ਜਿਹੜਾ ਰੁਪਇਆ ਵਾ ਡਰੱਗ ਮਨੀ ਜਿਹੜੀ ਹੈ ਰਿਕਵਰ ਕੀਤੀ ਹੈ। ਜਿੱਥੇ ਇੱਕ ਪਾਸੇ ਵੱਡੀ ਮਾਤਰਾ ਦੇ ਵਿੱਚ ਨਸ਼ੀਲਾ ਪਦਾਰਥ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਆਏ ਦਿਨ ਨਸ਼ਿਆਂ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਵੀ ਗੰਭੀਰ ਸਵਾਲ ਖੜੇ ਕਰਦੀਆਂ ਨੇ, ਕਿਉਂਕਿ ਜੇਕਰ ਨਸ਼ਾ ਵੱਡੀ ਗਿਣਤੀ ਦੇ ਵਿੱਚ ਜ਼ਬਤ ਕਰਕੇ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਉਸ ਨਸ਼ੇ ਦੀ ਮਾਤਰਾ ਕਿੰਨੀ ਕੁ ਵੱਡੀ ਹੋਵੇਗੀ ਜਿਨ੍ਹਾਂ ਦਾ ਸੇਵਨ ਕਰਨ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ। ਇਸ ਤੋਂ ਇਲਾਵਾ ਮਾਨਸਾ ਦੇ ਵਿੱਚ ਪਰਮਿੰਦਰ ਸਿੰਘ ਝੋਟਾ ਨਾਮ ਦੇ ਵਿਅਕਤੀ ਤੇ ਪਰਚਾ ਦਰਜ ਹੋਣ ਨੂੰ ਲੈ ਕੇ ਵੀ ਮਾਮਲਾ ਭਖਿਆ ਹੋਇਆ ਹੈ। ਦਰਅਸਲ ਆਮ ਲੋਕਾਂ ਤੇ ਕੁਝ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਝੋਟਾ ਨਸ਼ਿਆਂ ਖਿਲਾਫ ਲੜਾਈ ਲੜ ਰਿਹਾ ਹੈ ਅਤੇ ਪੁਲਿਸ ਨੇ ਉਸ ਤੇ ਮਾਮਲਾ ਦਰਜ ਕਰਕੇ ਗਲਤ ਕੀਤਾ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ। ਸੋ ਇਹ ਵੱਡੇ ਅੰਕੜੇ ਨੇ ਜਿਹੜੇ ਵੱਖ-ਵੱਖ ਸੂਬਿਆਂ ਤੋਂ ਸਾਹਮਣੇ ਆਏ ਨੇ। ਤਕਰੀਬਨ ਜ਼ਿਆਦਾਤਰ ਸੂਬਿਆਂ ਦੇ ਵਿੱਚ ਜਿਹੜਾ ਉਹ ਜਿਹੜੀਆਂ ਏਜੰਸੀਆਂ ਨੇ ਜੋ ਨਸ਼ੇ ਦੇ ਖਿਲਾਫ ਕੰਮ ਕਰਦੀਆਂ ਨੇ ਸਰਕਾਰ ਦੀਆਂ, ਉਹਨਾਂ ਦੇ ਵੱਲੋਂ ਨਸ਼ਾ ਨਸ਼ਟ ਕੀਤਾ ਗਿਆ। ਇਸੇ ਹਿਸਾਬ ਨਾਲ ਐਨਸੀਬੀ ਦੇ ਵਿੱਚ ਵੀ ਤਸਵੀਰਾਂ ਆਪਾਂ ਜਿਹੜੀਆਂ ਇਸ ਰਿਪੋਰਟ ਦੇ ਵਿੱਚ ਦੇਖੀਆਂ ਨੇ। ਚਰਚਾ ਦੀ ਸ਼ੁਰੂਆਤ ਕਰ ਲੈਂਦੇ ਹਾਂ। ਮਹਿਮਾਨ ਸਾਡੇ ਨਾਲ ਬਣ ਗਏ ਨੇ। ਕਾਂਗਰਸ ਤੋਂ ਟੀਨਾ ਚੌਧਰੀ ਜੁੜੇ ਹੋਏ ਨੇ, ਸ਼੍ਰੋਮਣੀ ਅਕਾਲੀ ਦਲ ਤੋਂ ਹਰਜੀਤ ਭੁੱਲਰ ਔਰ ਆਮ ਆਦਮੀ ਪਾਰਟੀ ਤੋਂ ਸ਼ਸ਼ੀਵੀਰ ਸ਼ਰਮਾ ਜੀ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਤੇ। ਸ਼ਸ਼ੀਵੀਰ ਜੀ, ਅੰਕੜਾ ਤਾਂ ਚਲੋ ਵੱਡਾ ਹੈ ਜੋ ਕੇਂਦਰ ਦੇ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਜਾਂ ਐਨਸੀਬੀ ਜੋ ਦਾਅਵਾ ਕਰ ਰਹੀ ਹੈ ਕਿ 1,40,000 ਕਿਲੋਗ੍ਰਾਮ ਤੋਂ ਵੱਧ ਦਾ ਜਿਹੜਾ ਨਸ਼ੀਲਾ ਪਦਾਰਥ ਹੈ ਨਸ਼ਟ ਹੋਇਆ। ਪਰ ਆਪਾਂ ਦੇਖਦੇ ਹਾਂ ਕਿ ਚਲੋ ਇਹ ਵੀ ਚੀਜ਼ਾਂ ਵਿੱਚ ਚੱਲ ਰਹੀਆਂ ਨੇ ਜਾਂ ਦਾਅਵੇ ਵੀ ਹੋ ਰਹੇ ਨੇ, ਕੇਂਦਰ ਵੀ ਦਾਅਵਾ ਕਰਦਾ, ਸੂਬਾ ਸਰਕਾਰਾਂ ਵੀ ਦਾਅਵਾ ਕਰਦੀਆਂ ਨੇ, ਪਰ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ ਪੰਜਾਬ ਤੋਂ। ਪਹਿਲਾਂ ਤਾਂ ਇਹਦੇ ਉੱਪਰ ਕੀ ਕਮੈਂਟ ਕਰੋਗੇ? ਜਿਹੜੇ ਲੋਕ ਨੇ ਜਾਂ ਨੌਜਵਾਨ ਨੇ ਲਗਾਤਾਰ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੇ ਨੇ ਔਰ ਉਹਨਾਂ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਬਲਦੀਪ ਜੀ, ਸਮਾਂ ਸੀਗਾ ਜਦੋਂ ਪੰਜਾਬ ਨੂੰ ਸਿਰਫ ਨਸ਼ੇ ਕਰਕੇ ਬਦਨਾਮ ਕੀਤਾ ਜਾਂਦਾ ਸੀਗਾ, ਪਰ ਤੁਸੀਂ ਹੁਣ ਜਿਸ ਤਰੀਕੇ ਨਾਲ ਡਰੱਗਸ ਨੂੰ ਦੇਖੋਗੇ, ਤੁਸੀਂ ਚਾਹੇ ਗੁਜਰਾਤ ਦੀ ਗੱਲ ਕਰ ਲਓ, ਗੋਆ ਦੀ ਗੱਲ ਕਰ ਲਓ, ਅਸਾਮ ਦੀ ਗੱਲ ਕਰ ਲਓ, ਮੱਧ ਪ੍ਰਦੇਸ਼ ਦੀ ਗੱਲ ਕਰ ਲਓ, ਡਰੱਗਸ ਜਿਸ ਤਰੀਕੇ ਪੂਰੇ ਹਿੰਦੁਸਤਾਨ ਦੇ ਵਿੱਚ ਪਸਰਿਆ ਹੈ, ਈਵਨ ਹਿੰਦੁਸਤਾਨ ਦੇ ਨਾਲ ਨਾਲ ਤੁਸੀਂ ਚਾਹੇ ਪੜੋਸੀ ਮੁਲਕ ਨੇ ਪਾਕਿਸਤਾਨ ਦੀ ਗੱਲ ਕਰ ਲਓ, ਚਾਹੇ ਤੁਸੀਂ ਬਾਕੀ ਹੋਰ ਨੇੜਲੇ ਰਾਜਾਂ ਦੀ ਗੱਲ ਕਰ ਲਓ, ਹਰ ਪਾਸੇ ਡਰੱਗਸ ਨੇ ਆਪਣੇ ਪੈਰ ਪਸਾਰ ਲਏ ਨੇ। ਪਹਿਲਾਂ ਕੀ ਸੀਗਾ, ਡਰੱਗਸ ਨੇ ਸਮੇਂ ਦੇ ਨਾਲ ਨਾਲ ਆਪਦਾ ਰੂਪ ਵੀ ਚੇਂਜ ਕਰਦਾ ਗਿਆ, ਚਾਹੇ ਸਿੰਥੈਟਿਕ ਡਰੱਗਸ ਦੇ ਰੂਪ ਚ ਆ ਗਿਆ, ਉਸ ਤੋਂ ਬਾਅਦ ਉਹਦੇ ਵਿੱਚ ਮੋਡੀਫਿਕੇਸ਼ਨ ਹੁੰਦੀ ਗਈ ਅਤੇ ਜਿਸ ਤਰੀਕੇ ਦੇ ਨਾਲ ਰਿਕਵਰੀਜ਼ ਹੋਣੀਆਂ ਸ਼ੁਰੂ ਹੋਈਆਂ ਉਹਦੇ ਵਿੱਚ, ਜਿਸ ਤਰੀਕੇ ਬੰਦੇ ਪਿੱਛੋਂ ਨਿਕਲ ਕੇ ਆ ਰਹੇ, ਇੱਕ ਮੇਜਰ ਚੀਜ਼ ਸੀਗੀ ਡਰੱਗਸ ਨੂੰ ਜਿਹੜੀ ਫੈਲਣ ਦੇ ਵਿੱਚ, ਉਹ ਸੀਗਾ ਦਾ ਮਨੀ ਫਲੋ। ਜਿਸ ਤਰੀਕੇ ਦਾ ਵਿੱਚ ਮਨੀ ਫਲੋ ਸੀਗਾ, ਨਵੇਂ ਨਵੇਂ ਲੋਕ ਇਹਦੇ ਨਾਲ ਜੁੜਦੇ ਗਏ, ਚਾਹੇ ਉਹ ਆਪਦੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਸੀਗਾ, ਚਾਹੇ ਪੈਸੇ ਕਮਾਉਣ ਵਾਸਤੇ ਨਵੇਂ ਨਵੇਂ ਲੋਕ ਜੁੜਦੇ ਸੀਗੇ, ਉਹ ਚਾਹੇ ਉਹਨਾਂ ਦੀ ਅਰੈਸਟ ਪੈ ਜਾਂਦੀ ਸੀਗੀ। ਜਿਹੜੇ ਪਿੱਛੇ ਬੈਠੇ ਕਿੰਗਪਿਨ ਸੀਗੇ ਉਹ ਕਿਤੇ ਨਾ ਕਿਤੇ ਬਦਲਦੇ ਰਹੇ, ਪੈਸੇ ਕਮਾ ਕੇ ਨਿਕਲਦੇ ਤੇ ਇੱਕ ਮਨੀ ਫਲੋ ਜ਼ਿਆਦਾ ਹੋਣ ਦੇ ਕਰਕੇ ਚੇਨ ਬਹੁਤ ਲੰਬੀ ਹੋ ਗਈ। ਉਹ ਚੇਨ ਨੇ ਆਉਣ ਵਾਲੇ ਥੋੜੇ ਟਾਈਮ ਬਾਅਦ, ਚਾਹੇ ਉਹਨਾਂ ਨੇ ਟੈਰਰਿਜ਼ਮ ਦੇ ਨਾਲ ਲਿੰਕ ਹੋ ਗਿਆ, ਚਾਹੇ ਗੈਂਗਸਟਰ ਦੇ ਨਾਲ ਲਿੰਕ ਹੋ ਗਿਆ, ਉਹ ਇੱਕ ਪ੍ਰੋਪਰ ਬਿਜ਼ਨਸ ਐਸਟੈਬਲਿਸ਼ ਹੋ ਗਿਆ, ਜਿਹਦੇ ਨਾਲ ਪੂਰੇ ਪੰਜਾਬ ਛੱਡੋ ਪੂਰੇ ਹਿੰਦੁਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਫੈਲਿਆ। ਤੁਸੀਂ ਹੁਣੇ ਥੋੜੇ ਸਮੇਂ ਪਹਿਲਾਂ ਸੀਗਾ, ਚਾਹੇ ਗੁਜਰਾਤ ਦੇ ਪੋਰਟ ਤੇ ਜਿੰਨੇ 1000 ਕਿਲੋ ਦੀ ਹੈਰੋਇਨ ਰਿਕਵਰ ਹੋਈ ਸੀਗੀ, ਉਹ ਪੂਰੇ ਹਿੰਦੁਸਤਾਨ 'ਚ ਫੈਲਣੀ ਸੀਗੀ। ਉਸ ਤੋਂ ਬਾਅਦ ਸਮਾਂ ਸੀਗਾ, ਪਹਿਲਾਂ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਕਿ ਸਿਰਫ ਪੰਜਾਬ ਦੇ ਬਾਰਡਰ ਤੋਂ ਬਾਹਰ ਆ ਰਿਹਾ, ਬਟ ਇਸ ਟਾਈਮ ਦੇ ਉੱਤੇ ਚਾਹੇ ਗੋਆ ਹੈ, ਚਾਹੇ ਗੁਜਰਾਤ ਹੈ, ਵੱਖ-ਵੱਖ ਰਾਜਾਂ ਦੇ ਵਿੱਚ ਆਪ ਵੀ ਬਣ ਕੇ ਸਾਹਮਣੇ ਨਿਕਲ ਕੇ ਆਉਣੀ ਸ਼ੁਰੂ ਹੋ ਚੁੱਕੀ ਹੈ ਡਰੱਗਸ ਨੂੰ ਲੈ ਕੇ। ਸੋ ਆਮ ਆਦਮੀ ਪਾਰਟੀ ਦਾ ਟੇਕ ਇੱਥੇ ਬਿਲਕੁਲ ਸਟੈਂਡ ਕਲੀਅਰ ਸੀਗਾ, ਸਾਡਾ ਡੇ 1 ਤੋਂ ਸਟੈਂਡ ਕਲੀਅਰ ਸੀਗਾ ਇਸ ਚੀਜ਼ ਨੂੰ ਲੈ ਕੇ। ਅਸੀਂ ਨਸ਼ਾ ਦੇ ਖਿਲਾਫ ਕਾਰਵਾਈ ਸਟਾਰਟ ਕੀਤੀ, ਆਲਮੋਸਟ 1 ਸਾਲ ਦੇ ਆਸ-ਪਾਸ ਹੋ ਚੱਲਿਆ ਜਦੋਂ ਅਸੀਂ ਆਪਦੇ ਖਿਲਾਫ ਡਰੱਗਸ ਦੇ ਖਿਲਾਫ ਡਰਾਈਵ ਚਲਾਈ ਹੈ। ਇਹਦੇ 'ਚ ਹੁਣ ਤੱਕ 12,218 FIRs ਹੁਣ ਤੱਕ ਹੋ ਚੁੱਕੀਆਂ ਨੇ। 16,360 ਜਿਹੜੇ ਬੰਦੇ ਆ ਉਹ ਇਸ ਟਾਈਮ ਤੇ ਸਲਾਖਾਂ ਦੇ ਪਿੱਛੇ ਭੇਜੇ ਜਾ ਚੁੱਕੇ ਨੇ, ਜਿਹਦੇ 'ਚ 2351 ਜਿਹੜੇ ਬਿਗ ਫਿਸ਼ ਸੀਗੇ, ਜਿਹੜੇ ਕਮਰਸ਼ੀਅਲ ਸੀਗੇ, ਕੰਮ ਕਰਦੇ ਸੀਗੇ, ਉਹ ਇਸ ਟਾਈਮ ਫੜੇ ਜਾ ਚੁੱਕੇ ਨੇ। ਇਹਦੇ ਨਾਲ ਦੇ ਨਾਲ ਹੀ ਇਸ ਟਾਈਮ ਦੇ ਉੱਤੇ 66 ਪ੍ਰੋਪਰਟੀ ਸੀਗੀਆਂ, ਜਿਹੜੇ 66 ਵੱਖ-ਵੱਖ ਪ੍ਰੋਪਰਟੀ ਸੀਗੇ ਡਰੱਗਸ ਦੇ ਵਿੱਚ, ਉਹਨਾਂ ਦੀਆਂ ਜਿਹੜੀਆਂ ਉਹ ਇਸ ਟਾਈਮ ਸੀਜ਼ ਕੀਤੇ ਜਾ ਚੁੱਕੀਆਂ। ਅਪਰੋਕਸੀਮੇਟ 26 ਕਰੋੜ ਦੇ ਆਸ-ਪਾਸ ਜਿਹੜੀ ਪ੍ਰੋਪਰਟੀਜ਼ ਆ ਉਹ ਰਿਕਵਰ ਇਸ ਟਾਈਮ ਦੇ ਉੱਤੇ ਸੀਜ਼ ਕੀਤੀਆਂ ਗਈਆਂ, ਤੇ ਨਾਲ ਦੇ ਨਾਲ ਇਸ ਟਾਈਮ 12 ਕਰੋੜ 33 ਲੱਖ ਰੁਪਇਆ ਐਜ਼ ਅ ਡਰੱਗ ਮਨੀ ਵੀ ਰਿਕਵਰ ਕੀਤੀ ਗਈ ਇਸ ਸਾਲ ਦੇ ਵਿੱਚ। ਹੁਣ ਹੁੰਦਾ ਕੀ ਹੈ, ਇਸ ਟਾਈਮ ਦੇ ਉੱਤੇ ਜਦੋਂ ਦੀ ਮਾਨ ਸਰਕਾਰ ਬਣੀ ਹੈ, ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀਗੀ ਪੀਓਸ ਦੇ ਖਿਲਾਫ। ਜਿਹੜੇ ਭਗੌੜੇ ਸੀਗੇ 964 ਭਗੌੜੇ ਸਰ ਵੱਖ-ਵੱਖ ਸਟੇਟਾਂ ਤੋਂ ਫੜੇ ਜਾ ਚੁੱਕੇ ਨੇ, ਜਿਹੜੇ ਚਾਹੇ ਕੋਈ 1991 ਦੇ ਆਸ-ਪਾਸ ਦਾ ਭਗੌੜਾ ਸੀਗਾ ਨਸ਼ੇ ਦੇ ਕੇਸ, ਕੋਈ 97 ਦਾ ਸੀਗਾ, ਕੋਈ 2007 ਨਹੀਂ। ਪਰ ਸ਼ਸ਼ੀਵੀਰ ਜੀ, ਤੁਹਾਨੂੰ ਲੱਗਦਾ ਕਿ ਇਹ ਜਿਹੜੀ ਉਹ ਵੀ ਫੜ ਕੇ ਜੇਲ੍ਹਾਂ ਵਿੱਚ ਸੁੱਟੇ ਜਾ ਚੁੱਕੇ ਨੇ? ਠੀਕ ਹੈ, ਇਹ ਜਿਹੜੀ ਤੁਸੀਂ ਕਾਰਵਾਈ ਦਾ ਜ਼ਿਕਰ ਕਰ ਰਹੇ ਹੋ ਕਿ ਸਰਕਾਰ ਨੇ ਕਦਮ ਚੱਕੇ ਨੇ, ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕੋਈ ਜ਼ਮੀਨੀ ਪੱਧਰ ਦੇ ਉੱਪਰ ਅਸਰ ਪਿਆ? ਕਿਉਂਕਿ
ਆਪਾਂ ਦੇਖਦੇ ਹਾਂ ਤਸਵੀਰਾਂ, ਪਹਿਲਾਂ ਤਾਂ ਚਲੋ ਮੁੰਡਿਆਂ ਦੀਆਂ ਤਸਵੀਰਾਂ ਆਉਂਦੀਆਂ ਹੁੰਦੀਆਂ ਸੀ ਕਿ ਟੀਕਾ ਲਾਉਂਦੇ ਜਾਂ ਫਿਰ ਕੋਈ ਨਸ਼ਾ ਕਰਦੇ, ਹੁਣ ਤਾਂ ਕੁੜੀਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚੋਂ ਆਉਂਦੀਆਂ ਨੇ। ਇਹ ਠੀਕ ਹੈ ਕਿ ਜਿਹੜਾ ਐਨਸੀਬੀ ਨੇ ਅੰਕੜਾ ਜਾਰੀ ਕੀਤਾ ਉਹ ਵਾਕਈ ਵੱਡਾ ਹੈ ਤੇ ਪ੍ਰਭਾਵਸ਼ਾਲੀ, ਪ੍ਰਭਾਵਿਤ ਵੀ ਕਰਦਾ ਹੈ ਉਹ, ਪਰ ਦੂਜੇ ਪਾਸੇ ਸਿੱਕੇ ਦਾ ਪਹਿਲੂ ਇਹ ਵੀ ਹੈ ਵੀ ਜਿਸ ਕਿਸਮ ਦੀਆਂ ਤਸਵੀਰਾਂ ਵੱਖ-ਵੱਖ ਸ਼ਹਿਰਾਂ ਤੋਂ ਆਉਂਦੀਆਂ ਨੇ, ਸਵਾਲ ਇਹ ਹੈ ਕਿ ਉਹ ਨਸ਼ਾ ਜਿਹੜਾ ਪੁਲਿਸ ਦੇ ਹੱਥ ਨਹੀਂ ਲੱਗਦਾ ਜਾਂ ਏਜੰਸੀਆਂ ਦੇ ਹੱਥ ਨਹੀਂ ਲੱਗਦਾ, ਉਹ ਕਿੱਡੀ ਵੱਡੀ ਮਾਤਰਾ ਦੇ ਵਿੱਚ ਨੌਜਵਾਨਾਂ ਤੱਕ ਪਹੁੰਚ ਰਿਹਾ। ਬਲਦੀਪ ਜੀ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਜਦੋਂ ਪੰਜਾਬ 'ਚ ਸਰਕਾਰ ਬਣੀ ਹੈ ਸਾਡੀ, ਸਾਨੂੰ ਬਹੁਤ ਜ਼ਿਆਦਾ ਚੁਣੌਤੀਆਂ ਮਿਲੀਆਂ, ਚਾਹੇ ਉਹ ਡਰੱਗਸ ਦੇ ਰੂਪ 'ਚ ਸੀਗੀ, ਚਾਹੇ ਉਹ ਬੇਰੁਜ਼ਗਾਰੀ ਦੇ ਰੂਪ 'ਚ ਸੀਗੇ, ਚਾਹੇ ਉਹ ਹੋਰ ਅੰਕੜੇ ਸੀਗੇ, ਕਿਉਂਕਿ ਪੰਜਾਬ ਨੂੰ ਇਕਨੋਮਿਕਲੀ ਵੀ ਕਿਤੇ ਨਾ ਕਿਤੇ ਡੀਸਟੈਬਲਾਈਜ਼ ਕੀਤਾ ਹੋਇਆ ਸੀਗਾ। ਸੋ ਇਹਦੇ ਵਿੱਚ ਮਾਨ ਸਰਕਾਰ ਨੇ, ਅਸੀਂ ਆਉਂਦੇ ਹੀ ਪਹਿਲੇ ਸਾਲ ਦੇ ਵਿੱਚ ਵਰਕਿੰਗ ਕਰਨੀ ਸਟਾਰਟ ਕਰ ਦਿੱਤੀ ਹੈ। ਹੁਣ ਅੰਕੜੇ ਜਦੋਂ ਵੱਡੇ ਹੋਣਗੇ, ਜਦੋਂ ਲੋਕ ਜੇਲ੍ਹਾਂ ਵਿੱਚ ਜਾਣ ਜਿਹੜੇ ਇਹ ਕੰਮ ਕਰਦੇ ਪਏ ਨੇ, ਤਾਂ ਦੈਨ ਡੈਫੀਨੇਟਲੀ ਜ਼ਮੀਨੀ ਪੱਧਰ ਤੇ ਵੀ ਬਦਲਾਅ ਦਿਖੇਗਾ। ਇਹ 'ਚ ਕੋਈ ਦੋ ਰਾਏ ਨਹੀਂ ਹੈ। ਚਲੋ ਠੀਕ ਹੈ, ਤੁਸੀਂ ਤੁਹਾਡਾ ਇੱਕ ਵਾਰ ਪੁਆਇੰਟ ਆਇਆ, ਮੈਂ ਇੱਕ ਵਾਰ ਨਾ ਸਾਰਿਆਂ ਦੇ ਓਪਨਿੰਗ ਰਿਮਾਰਕਸ ਲੈ ਲਵਾਂ ਔਰ ਫਿਰ ਕਿਉਂਕਿ ਬ੍ਰੇਕ ਤੇ ਵੀ ਜਾਣਾ, ਉਸ ਤੋਂ ਪਹਿਲਾਂ ਭੁੱਲਰ ਸਾਹਿਬ, ਅੰਕੜਾ ਉਹ ਕਹਿ ਰਹੇ ਨੇ ਜੇ ਵੱਡਾ ਹੈ ਤਾਂ ਜ਼ਮੀਨੀ ਸਤਰ ਤੇ ਵੀ ਕੋਈ ਨਾ ਕੋਈ ਕੰਮ ਜਾਂ ਉਹਦਾ ਅਸਰ ਦਿਖੇਗਾ, ਇਤਫਾਕ ਰੱਖਦੇ ਹੋ ਇਸ ਬਿਆਨ ਦੇ ਨਾਲ? ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜੀ ਪਾਰਟੀ ਨੇ ਪੰਜਾਬ ਨੂੰ ਡਰੱਗਸ ਦੇ ਨਾਂ ਤੇ ਬਦਨਾਮ ਕੀਤਾ, ਉਹਦਾ ਪੰਜਾਬ ਦੇ ਲੋਕ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ 70% ਦੇ ਉੱਤੇ ਡਰੱਗਸ ਦੱਸਿਆ ਗਿਆ। ਔਰ ਜਿਹੜੀ ਪਾਰਟੀ ਇਹ ਕਹਿੰਦੀ ਸੀ ਚੁਟਕੀਆਂ ਮਾਰ ਕੇ ਅਸੀਂ 4 ਹਫ਼ਤਿਆਂ 'ਚ ਪੰਜਾਬ 'ਚੋਂ ਡਰੱਗਸ ਖਤਮ ਕਰ ਦਾਂਗੇ, ਉਸ ਪਾਰਟੀ ਦੇ ਆਉਣ ਤੋਂ ਬਾਅਦ ਦੇ ਵਿੱਚ ਓਵਰਡੋਜ਼ ਨਾਲ ਜਿਹੜੇ ਨੌਜਵਾਨ ਨੇ ਮਰਨੀ ਸ਼ੁਰੂ ਹੋਏ। ਪਹਿਲਾਂ ਨਸ਼ੇ ਦੀ ਤੋੜ ਤੋਂ ਮਰਦੇ ਸੀਗੇ, ਹੁਣ ਓਵਰਡੋਜ਼ ਨਾਲ ਮਰ ਰਹੇ ਨੇ। ਇਹ ਫਰਕ ਦੇਖਣ ਨੂੰ ਨਜ਼ਰ ਆਇਆ। ਅੱਜ ਵੀਡੀਓਜ਼ ਹੁੰਦੀਆਂ ਨੇ ਨੌਜਵਾਨਾਂ ਦੇ ਟੀਕੇ ਲਾਉਂਦਿਆਂ ਹੋਇਆ, ਨੌਜਵਾਨ ਲੜਕੀਆਂ ਜਿਹੜੀਆਂ ਨੇ ਉਹਨਾਂ ਦੇ ਟੀਕੇ ਲਾਉਂਦਿਆਂ ਹੋਇਆ, ਨਸ਼ੇ 'ਚ ਧੁੱਤ ਹੋ ਕੇ ਡਿੱਗਦੇ ਢਹਿੰਦਿਆਂ ਹੋਇਆ। ਔਰ ਇੱਕ ਵੀ ਸਾਡੇ ਟਾਈਮ ਤੇ ਫਿਰ ਭੋਲਾ ਫੜਿਆ ਗਿਆ ਜਿਹੜਾ ਕਿੰਗ ਪਿਨ ਸੀਗਾ, ਔਰ ਉਹਦੇ ਚੋਂ ਕਾਫੀ ਕੁਝ ਰਿਕਵਰ ਹੋਇਆ ਸੀਗਾ। ਲੇਕਿਨ ਪਿਛਲੇ 1.5 ਸਾਲ ਦੇ ਵਿੱਚ ਇੱਕ ਜਿਹੜਾ ਪੁਲਿਸ ਅਫਸਰ ਹੈ ਉਹ ਨਹੀਂ ਨਕਲ ਫੜਿਆ ਗਿਆ, ਉਹ ਭਗੌੜਾ ਹੈ। ਔਰ ਉਹਦੇ ਨਾਲ ਜਿਹੜੀ ਚੇਨ ਸੀ, ਇਕੱਲਾ ਉਹ ਤੇ ਡਰੱਗ ਵੇਚਦਾ ਨਹੀਂ ਸੀਗਾ, ਕੋਈ ਉਹਦੇ ਨਾਲ ਡੀਐਸਪੀ, ਕੋਈ ਐਸਪੀ, ਕੋਈ ਕਾਂਸਟੇਬਲ, ਕੋਈ ਇੰਸਪੈਕਟਰ, ਕੋਈ ਏਐਸਆਈ, ਉਹ ਲੋਕ ਵੀ ਹੋਣਗੇ। ਪੂਰਾ ਨੈਕਸਸ ਹੋਊਗਾ, ਉਹ ਨੈਕਸਸ ਨੂੰ ਵੀ ਬ੍ਰੇਕ ਨਹੀਂ ਕੀਤਾ ਗਿਆ। ਉਹ ਤੇ ਕੀ ਬ੍ਰੇਕ ਕਰਨਾ ਸੀ? ਜਿਹੜੇ ਲੋਕ ਡਰੱਗਸ ਦੀ ਲੜਾਈ ਲੜ ਰਹੇ ਨੇ ਉਹਨਾਂ ਦੇ ਖਿਲਾਫ ਪਰਚੇ ਦਿੱਤੇ ਜਾਂਦੇ, ਇਸ ਤਰੀਕੇ ਨਾਲ ਉਹਨਾਂ ਨੂੰ ਧੂਕ ਕੇ ਘਸੀਟ ਕੇ ਜਾ ਕੇ ਥਾਣਿਆਂ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ। ਇਸ ਸਰਕਾਰ ਦੀ ਮਨਸ਼ਾ ਜਿਹੜੀ ਹੈ ਸਾਫ਼ ਨਜ਼ਰ ਆਉਂਦੀ ਹੈ। ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ, ਸਾਡੇ ਇੱਕ ਮੰਤਰੀ ਸਾਹਿਬ ਦੀ ਜਿਹੜੀ ਹੁਣ ਮੌਜੂਦਾ ਮੰਤਰੀ ਸਾਹਿਬਾਂ ਨੇ, ਉਹ ਇੱਕ ਇਹਨਾਂ ਦੇ ਐਮਐਲਏ ਦੇ ਏਰੀਆ ਦੇ ਵਿੱਚ ਜਾ ਕੇ ਜੋ ਦਬੀ ਤੇ ਗਏ ਸੀਗੇ, ਜਿਸ ਤਰੀਕੇ ਨਾਲ ਉੱਥੋਂ ਦੀ ਐਮਐਲਏ ਨੇ ਉਹਨਾਂ ਨੂੰ ਜਲੀਲ ਕਰਕੇ ਤੋਂ ਲੜਾਇਆ ਸੀ ਪੁਲਿਸ ਅਫਸਰ ਨੂੰ, ਇਹ ਸਾਰੀ ਮੀਡੀਆ ਨੇ ਦੇਖਿਆ। ਇਹ ਲੋਕ ਜਿਹੜੀ ਇਹ ਪਾਰਟੀ ਆਈ ਹੈ, ਕਿਤਨਾ ਕਿਤੇ ਐਂ ਲੱਗਦਾ ਹੈ ਵੀ ਨਸ਼ੇ ਵਿਕਾਉਣ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਅਦਾ ਕਰ ਰਹੀ ਹੈ। ਪੁਲਿਸ ਨੂੰ ਜਿਹੜਾ ਹੈਗਾ ਕਿਤੇ ਵੀ ਕੰਮ ਕਰ ਨਹੀਂ ਦੇ ਰਹੀ। ਜਿਸ ਤਰੀਕੇ ਨਾਲ ਬਦਲੀਆਂ ਦਾ ਪੂਰਾ ਇੱਕ ਸੀਜ਼ਨ ਚੱਲਦਾ ਰਹਿੰਦਾ ਹੈ, ਹੁਣ ਵੀ ਅੱਜ ਵੀ ਜਿਹੜੀਆਂ ਬਦਲੀਆਂ ਹੋਈਆਂ ਨੇ, ਕਿਤੇ ਨਾ ਕਿਤੇ ਪੁਲਿਸ ਅਫਸਰ ਕੋਈ ਕੰਮ ਕਰਨਾ ਚਾਹੁੰਦਾ ਹੈ ਤੇ ਹਰ ਚੌਥੇ ਦਿਨ ਉਹਦਾ ਪੂਰੀਆ ਬਿਸਤਰਾ ਗੋਲ ਕਰਕੇ ਕਿਸੇ ਨਵੀਂ ਥਾਂ ਤੇ ਪਹੁੰਚਾ ਦਿੱਤਾ ਜਾਂਦਾ ਹੈ। ਇਹ ਸਿਰਫ ਇਸ ਕੰਮ 'ਚ ਲੱਗੇ ਹੋਏ ਨੇ। ਠੀਕ ਹੈ। ਔਰ ਰਾਜਨੀਤੀ ਦੇ ਉੱਤੇ ਜੀ ਜਿਹੜਾ ਬੁਰਾ ਹਾਲ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਕੀਤਾ ਹੈ, ਜਿਹੜਾ ਡਰੱਗ ਐਡਿਕਸ਼ਨ ਸੈਂਟਰ ਸਾਡੇ ਮੁੱਖ ਮੰਤਰੀ ਸਾਹਿਬ ਦੇ ਇਲਾਕੇ ਸੀਗਾ, ਉੱਥੇ ਪੀਜੀ ਖੋਲਤਾ। ਜਿਹੜੇ ਡਰੱਗ ਐਡਿਕਸ਼ਨ ਸੈਂਟਰ ਬਾਕੀ ਸੀਗੇ ਸਾਰੇ ਬੰਦ ਪਏ ਨੇ, ਕਿਤੇ ਕੋਈ ਦਵਾਈਆਂ ਮੁਹੱਈਆ ਨਹੀਂ ਕਰਾਈ ਜਾ ਰਹੀਆਂ। ਡਰੱਗਸ ਕਰਨ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਜਾਏ ਗਾਈਡ ਕਰਨ ਦੇ ਚੱਕ ਕੇ ਜੇਲ੍ਹਾਂ ਸੁੱਟਿਆ ਜਾ ਰਿਹਾ। ਮੈਡੀਕਲ ਏਡਸ ਉਹਨਾਂ ਨੂੰ ਮਿਲ ਰਹੀ, ਜਿਹੜੀਆਂ ਗੋਲੀਆਂ ਦਵਾਈ ਦੀਆਂ ਉਹ ਉਹਨਾਂ ਨੂੰ ਮਿਲ ਰਹੀਆਂ। ਬੇਸਿਕਲੀ ਕੀ ਹੈ ਕਿ ਜਿਹੜਾ ਮੇਨ ਮਾਫੀਆ ਹੈ ਉਹ ਅੱਜ ਵੀ ਇਹਨਾਂ ਦੇ ਹੱਥ ਤੋਂ ਬਾਹਰ ਹੈ। ਕਿਤੇ ਨਾ ਕਿਤੇ ਮਿਲੀ ਭੁਗਤ ਵੱਡੇ ਸਕੇਲ ਤੇ ਚੱਲ ਰਹੀ ਹੈ ਇਹਨਾਂ ਦੀ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਰਕਾਰ ਡਰੱਗਸ ਦੇ ਕਾਬੂ ਤੇ ਕਰ ਰਿਹਾ ਕੀ ਸੀ, ਲੇਕਿਨ ਇਹ ਡਰੱਗਸ ਪੂਰੀ ਤਰ੍ਹਾਂ ਪੰਜਾਬ 'ਚ ਖੋਲਤਾ ਹੈ। ਚਲੋ ਠੀਕ ਹੈ, ਮੇਨ ਮਾਫੀਆ ਦਾ ਤੁਸੀਂ ਜ਼ਿਕਰ ਕੀਤਾ ਕਿ ਮੇਨ ਮਾਫੀਆ ਜਿਹੜਾ ਉਹ ਹਲੇ ਵੀ ਸਰਕਾਰ ਦੀ ਪਹੁੰਚ ਤੋਂ ਬਾਹਰ ਹੈ। ਟੀਨਾ ਚੌਧਰੀ ਜੀ ਕਾਂਗਰਸ ਤੋਂ ਨੇ। ਟੀਨਾ ਜੀ, ਇਹ ਠੀਕ ਹੈ, ਚਲੋ ਕਹਿ ਰਹੇ ਨੇ ਵਿਰੋਧੀ ਧਿਰ ਦੇ ਆਗੂ ਤਾਂ ਕਹਿ ਰਹੇ ਨੇ ਕਿ ਹਾਲੇ ਵੀ ਮੇਨ ਮਾਫੀਆ ਤੱਕ ਹੱਥ ਨਹੀਂ ਪਹੁੰਚੇ ਸਰਕਾਰ ਦੇ, ਪਰ ਜਿਹੜਾ ਨਸ਼ਾ ਜੋ ਵੱਡਾ ਅੰਕੜਾ ਨਸ਼ਟ ਕੀਤਾ ਗਿਆ, ਜੇ ਪੁਲਿਸ ਜਾਂ ਸਰਕਾਰਾਂ ਇਹਦੇ ਉੱਪਰ ਵੀ ਕਾਰਵਾਈ ਨਾ ਕਰਦੀਆਂ, ਤੁਹਾਨੂੰ ਨਹੀਂ ਲੱਗਦਾ ਕਿ ਸਥਿਤੀ ਹੋਰ ਜ਼ਿਆਦਾ ਖਰਾਬ ਹੋ ਸਕਦੀ ਸੀ? ਮੈਂ ਜ਼ਰੂਰ ਇਹ ਗੱਲ ਕਹਾਂਗੀ ਪ੍ਰਦੀਪ ਜੀ, ਜੋ ਰੀਸੈਂਟ ਰਿਪੋਰਟ ਜਿਹੜੀ ਉਹਨਾਂ ਨੂੰ ਮਿਲੀ ਹੈ ਕਿ ਡਰੱਗਸ ਦੇ ਉੱਤੇ ਕਿ ਇੰਨਾ ਕਿਲੋ ਜਿਹੜਾ ਹੈਗਾ, ਜਿਹੜਾ ਨਾਰਕੋਟਿਕਸ ਦੇ ਵੱਲੋਂ ਐਨਸੀਬੀ ਵੱਲੋਂ ਜਿਹੜਾ ਹੈਗਾ ਡਿਸਟਰੋਏ ਕੀਤਾ ਗਿਆ। ਬਟ ਪ੍ਰੋਬਲਮ ਇੱਥੇ ਆ ਰਹੀ ਹੈ ਕਿ ਅਸੀਂ ਗੱਲ ਕਰਾਂਗੇ ਆਪਣੇ ਪੰਜਾਬ ਸੂਬੇ ਦੀ। ਵੈਸੇ ਤੇ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀਗਾ, ਬਲਦੀਪ ਜੀ ਮੇਰੀ ਆਵਾਜ਼ ਬਹੁਤ ਈਕੋ ਹੋ ਰਹੀ ਹੈ, ਇਸ ਦੀ ਇੰਟਰਪਸ਼ਨ ਹੋ ਰਹੀ ਹੈ, ਥੋੜਾ ਜਿਹਾ ਟੀਮ ਨੂੰ ਕਿਹਾ ਜਾਏ।
ਚਲੋ ਮੇਰੇ ਖਿਆਲ ਦਰੁਸਤ ਕਰਤੀ ਹੈ ਟੀਨਾ ਜੀ, ਤੁਸੀਂ ਗੱਲ ਰੱਖ ਸਕਦੇ ਹੋ। ਓਕੇ, ਮੈਂ ਕਹਿਣਾ ਚਾਹਾਂਗੀ ਕਿ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਅਗਰ ਸਾਡੀ ਸਰਕਾਰ ਬਣੇਗੀ, ਅਸੀਂ 3 ਮਹੀਨਿਆਂ ਅਸੀਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਇਹ ਮੇਰੇ ਕੋਲ ਵੀਡੀਓ ਵੀ ਹੈਗੀਆਂ, ਅਸੀਂ ਫੇਸਬੁੱਕ ਦੇ ਵਿੱਚ ਵੀ ਅਪਲੋਡ ਕੀਤੀਆਂ ਹੋਈਆਂ, ਚਾਹੇ ਚਾਹਣ ਤੇ ਮੈਂ ਆਪਣੇ ਪੇਜ ਦੇ ਥਰੂ ਦੱਸ ਵੀ ਸਕਦੀ। ਬਟ ਦ ਥਿੰਗ ਇਜ਼, ਪ੍ਰੋਬਲਮ ਇੱਥੇ ਇਹ ਆ ਰਹੀ ਹੈ, ਜਦੋਂ ਇਹਨਾਂ ਨੇ ਕੈਪਟਨ ਅਮਰਿੰਦਰ ਤੇ ਸਵਾਲ ਚੁੱਕੇ ਸੀਗੇ, ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀਗੀ, ਉਹਨਾਂ ਨੇ ਜੋ ਕੀਤਾ, ਜੋ ਪੰਜਾਬ ਦੇ ਵਿੱਚ ਨਹੀਂ ਫੁਲਫਿਲ ਕਰ ਪਾਏ, ਅੱਜ ਕਾਂਗਰਸ ਦੇ ਹਾਲਾਤ ਜੋ ਬਣੇ ਨੇ, ਜਿਨ੍ਹਾਂ ਕਰਕੇ ਅੱਜ ਸਾਡੀ ਲੀਡਰਸ਼ਿਪ ਵੀਕ ਹੋਣ ਕਰਕੇ ਅੱਜ ਕਾਂਗਰਸ ਜਿਹੜੀ ਓਪੋਜੀਸ਼ਨ ਦੇ ਵਿੱਚ ਬੈਠੀ ਹੈ, ਔਰ ਸ਼ਾਇਦ 78 ਸੀਟਾਂ ਤੋਂ ਅਸੀਂ 18 ਸੀਟਾਂ ਤੇ ਆ ਕੇ ਬੈਠ ਗਏ, ਔਰ ਅੱਜ ਅਸੀਂ ਉਹ ਭੁਗਤ ਰਹੇ ਹਾਂ। ਅੱਜ ਜਿਹੜੀ ਸਾਡੇ ਕੋਲ ਜੋ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀਗਾ, ਉਹ ਪੰਜਾਬ ਦੇ ਵਿੱਚ ਫੁਲਫਿਲ ਨਹੀਂ ਕਰ ਪਾਏ, ਔਰ ਇਹੀ ਵਾਅਦਾ ਤੇ ਆਮ ਆਦਮੀ ਪਾਰਟੀ ਨੇ ਕੀਤਾ ਪੰਜਾਬ ਦੇ ਵਿੱਚ। ਮੈਂ ਸ਼ਸ਼ੀਵੀਰ ਤੋਂ ਇੱਕੋ ਗੱਲ ਪੁੱਛਣਾ ਚਾਹੁੰਦੀ ਹਾਂ, ਤੁਸੀਂ ਦੱਸੋ, ਦਿਲੋਂ ਬੋਲੋ, ਪੰਜਾਬ ਦੇ ਵਿੱਚ ਕੋਈ ਐਸਾ ਪਿੰਡ ਦੱਸੋ ਜਿੱਥੇ ਬੱਚੇ, ਛੋਟੇ ਬੱਚੇ, 14 ਸਾਲ ਦੇ ਬੱਚੇ, ਤੁਸੀਂ ਵੀ ਦੇਖਿਆ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਟੀਕੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ, ਔਰ ਇਹਨਾਂ ਤੋਂ ਇਹ ਕਿਸ ਤੋਂ ਪ੍ਰਭਾਵਿਤ ਹੋ ਰਹੇ ਨੇ, ਕੌਣ ਕਰ ਰਿਹਾ ਇਹਨਾਂ ਨੂੰ ਪ੍ਰਭਾਵਿਤ। ਔਰ ਅੱਜ ਵੀ ਜੇਲ੍ਹਾਂ ਦੇ ਵਿੱਚ ਜਿਹੜਾ ਨਸ਼ਾ ਪ੍ਰੋਵਾਈਡ ਕੀਤਾ ਜਾ ਰਿਹਾ, ਉਸ ਬਾਰੇ ਕੋਈ ਚਰਚਾ ਨਹੀਂ ਹੋ ਰਹੀ। ਹਰ ਤਰ੍ਹਾਂ ਦੀ ਜਿਹੜੀ ਸਹੂਲਤ ਉੱਥੇ ਪਹੁੰਚਾਈ ਜਾਂਦੀ ਹੈ। ਕੋਈ ਵੀ ਨਸ਼ੇ ਕਰਨ ਵਾਲਾ ਵਿਅਕਤੀ ਜਦੋਂ ਉਸ ਨੂੰ ਪਕੜਿਆ ਜਾਂਦਾ ਹੈ, ਅੱਜ ਉਹ ਜੇਲ੍ਹ ਦੇ ਵਿੱਚ ਬੰਦ ਹੈ। ਨਸ਼ਾ ਇੱਕ ਐਸੀ ਚੀਜ਼ ਹੈ ਜਿਹਦੀ ਤਲਬ ਇੰਨੀ ਜਲਦੀ ਖਤਮ ਨਹੀਂ ਹੁੰਦੀ, ਔਰ ਜਾਂ ਤਾਂ ਉਸ ਬੰਦੇ ਨੂੰ ਐਸੀ ਵੱਡੀਆਂ ਪ੍ਰੋਬਲਮਸ ਆ ਜਾਣਗੀਆਂ ਕਿ ਸਾਹ ਲੈਣ 'ਚ ਦਿੱਕਤ ਆ ਜਾਏਗੀ, ਔਰ ਸ਼ਾਇਦ ਜੇਲ੍ਹ ਦੇ ਵਿੱਚ ਇੰਨੇ ਸਹੂਲਤਾਂ ਵੀ ਨਹੀਂ ਹੈਗੀਆਂ ਕਿ ਐਸੇ ਮਰੀਜ਼ਾਂ ਨੂੰ ਤੁਸੀਂ ਟੈਕਲ ਕਰ ਸਕੋ। ਨਾਟ ਈਵਨ ਸਿਵਲ ਹਸਪਤਾਲਾਂ ਦੇ ਵਿੱਚ ਵੀ ਐਸੀ ਫੈਸਿਲਿਟੀਜ਼ ਨਹੀਂ ਹੈਗੀਆਂ ਕਿ ਤੁਸੀਂ ਐਸੇ ਜਿਹੜੇ ਪ੍ਰਿਜ਼ਨਰਸ ਆਏ ਨੇ, ਜਿਹੜੇ NDPS ਐਕਟ ਦੇ ਅੰਡਰ ਉਹਨਾਂ ਨੂੰ ਫੜਿਆ ਗਿਆ, ਅੱਜ ਉਹਨਾਂ ਨਾਲ ਕੀ ਹੋ ਰਿਹਾ, ਉਹਨਾਂ ਦੀ ਪ੍ਰੋਬਲਮ ਨੂੰ ਰੋਕਣ ਵਾਸਤੇ ਅੱਜ ਜੇਲ੍ਹਾਂ ਦੇ ਵਿੱਚ ਨਸ਼ਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਤਾਂ ਕਿ ਮੌਕੇ ਦੇ ਹਾਲਾਤਾਂ ਨੂੰ ਸੰਭਾਲਿਆ ਜਾ ਸਕੇ। ਨਸ਼ਾ ਤਸਕਰੀ ਕਰਨ ਵਾਲੇ ਜਿਹੜੇ ਨੇ ਨੈਕਸਸ ਨੇ, ਹੁਣ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਕਨਵਿਕਸ਼ਨ ਸਾਬਿਤ ਨਹੀਂ ਕਰ ਪਾਈ। ਨੋ ਡਾਊਟ ਪਰਚੇ ਬਹੁਤ ਹੋਏ ਨੇ, ਨੋ ਡਾਊਟ ਪੰਜਾਬ ਦੇ ਵਿੱਚ ਕੋਸ਼ਿਸ਼ਾਂ ਪੂਰੀਆਂ ਕੀਤੀਆਂ ਗਈਆਂ, ਪਰ ਇਹ ਕੋਸ਼ਿਸ਼ਾਂ ਦੇ ਨਾਲ ਇਹ ਹੋਰ ਗਿਰਦੇ ਗਏ ਤਾਂ ਕਿ ਪੰਜਾਬ ਵਿੱਚ ਜਿਹੜਾ ਨਸ਼ਾ ਪਹਿਲੇ 1000 ਇੱਕ ਪੁਆਇੰਟ ਆਇਆ, ਮੈਂ ਇਸ ਤੁਹਾਡੀ ਗੱਲ ਨੂੰ ਨਾ ਜਿਹੜਾ ਉਹ ਅੱਗੇ ਵਧਾਊਂਗਾ ਔਰ ਉਹਨਾਂ ਤੋਂ ਜਵਾਬ ਲੈਣ ਦੀ ਕੋਸ਼ਿਸ਼ ਕਰੂੰਗਾ। ਇੱਕ ਨਿੱਕੇ ਜਿਹੇ ਮੈਂ ਬ੍ਰੇਕ ਲਈ ਰੁਕਣਾ ਹੈ, ਤੁਸੀਂ ਬਣੇ ਰਹੋ ਔਰ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਨੇ ਆ। ਚਰਚਾ ਜਿਹੜੀ ਹੈ ਸਾਡੀ ਇਸੇ ਤਰੀਕੇ ਨਾਲ ਜਾਰੀ ਰਹੇਗੀ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ 4 ਬਿੱਲਾਂ ਤੇ ਰਾਜਪਾਲ ਨੇ ਦਿੱਤਾ ਟਕੇ ਵਰਗਾ ਜਵਾਬ। ਵਿਧਾਨ ਸਭਾ ਦੇ ਸੈਸ਼ਨ ਨੂੰ ਦੱਸਿਆ ਗੈਰ ਸੰਵਿਧਾਨਿਕ, ਕਿਹਾ ਚਾਰੇ ਬਿੱਲ ਅਟਾਰਨੀ ਜਨਰਲ ਤੇ ਰਾਸ਼ਟਰਪਤੀ ਨੂੰ ਭੇਜੇ ਜਾਣਗੇ, ਉਹਨਾਂ ਦੀ ਸਲਾਹ ਮੁਤਾਬਕ ਹੀ ਬਿੱਲਾਂ ਤੇ ਫੈਸਲਾ ਕਰਾਂਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬਿਆਂ ਨੂੰ ਨਸ਼ਾ ਮੁਕਤੀ ਦਾ ਦਿੱਤਾ ਮੰਤਰ। ਕੋਆਪਰੇਸ਼ਨ, ਕੋਆਰਡੀਨੇਸ਼ਨ ਤੇ ਕੋਲੈਬੋਰੇਸ਼ਨ ਦੇ ਨਾਲ ਹੋਵੇਗੀ ਸੰਪੂਰਨ ਨਸ਼ਾ ਮੁਕਤੀ। 10 ਸੂਬਿਆਂ ਦੀ ਮੀਟਿੰਗ ਦੌਰਾਨ ਕੀਤਾ ਗਿਆ ਗੰਭੀਰ ਮੰਤਰ। (2024) ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੈਂਗਲੁਰੂ ਦੇ ਵਿੱਚ ਵਿਰੋਧੀ ਦਲਾਂ ਦੀ ਡਿਨਰ ਡਿਪਲੋਮੇਸੀ। 24 ਪਾਰਟੀਆਂ ਦੇ ਲੀਡਰ ਕਰਨਗੇ ਮੰਥਨ। ਮਮਤਾ ਬੈਨਰਜੀ ਤੇ ਸ਼ਰਦ ਪਵਾਰ ਕੱਲ੍ਹ ਹੋਣਗੇ ਮੀਟਿੰਗ ਦੇ ਵਿੱਚ ਸ਼ਾਮਲ। ਸੁਖਜਿੰਦਰ ਰੰਧਾਵਾ ਨੇ ਆਪ ਸੁਪਰੀਮੋ ਤੇ ਖੜੇ ਕੀਤੇ ਸਵਾਲ, ਕਿਹਾ ਕੇਜਰੀਵਾਲ ਆਪਣੀ ਪਾਰਟੀ ਦਾ ਸਟੈਂਡ ਸਪਸ਼ਟ ਕਰਨ। ਧਾਰਾ 370 ਤੇ ਮੋਦੀ ਸਰਕਾਰ ਦਾ ਸਮਰਥਨ ਕਿਉਂ ਕੀਤਾ ਸੀ।
ਸੁਨੀਲ ਜਾਖੜ ਦਾ ਕਾਂਗਰਸ ਤੇ ਨਿਸ਼ਾਨਾ, ਬੋਲੇ ਪੰਜਾਬ ਕਾਂਗਰਸ ਨੇ ਆਪ ਅੱਗੇ ਟੇਕੇ ਗੋਡੇ, ਕਾਂਗਰਸੀਆਂ ਦੀਆਂ ਫਾਈਲਾਂ ਨੇ ਕਰਵਾਇਆ ਸਮਝੌਤਾ। ਪੰਜਾਬ ਪੁਲਿਸ ਮਹਿਕਮੇ ਦੇ ਵਿੱਚ ਵੱਡੇ ਤਬਾਦਲੇ, 4 ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਸਮੇਤ 17 ਅਫਸਰ ਬਦਲੇ ਗਏ। ਅਵਨੀਤ ਕੌਰ ਸਿੱਧੂ ਦਾ PAP ਜਲੰਧਰ ਤਬਾਦਲਾ ਤੇ ਅਖਿਲ ਚੌਧਰੀ ਬਣੇ ਨਵਾਂ ਸ਼ਹਿਰ ਦੇ SSP। ਵਿਜੀਲੈਂਸ ਨੂੰ ਸਾਬਕਾ ਡਿਪਟੀ CM ਦਾ 2 ਦਿਨ ਦਾ ਰਿਮਾਂਡ ਹਾਸਲ, ਸਿਹਤ ਦੇ ਵਿੱਚ ਸੁਧਾਰ ਹੋਣ ਤੋਂ ਬਾਅਦ ਅੰਮ੍ਰਿਤਸਰ ਕੋਰਟ ਦੇ ਵਿੱਚ OP ਸੋਨੀ ਨੂੰ ਕੀਤਾ ਗਿਆ ਸੀ ਪੇਸ਼। ਵਿਜੀਲੈਂਸ ਦੇ ਵੱਲੋਂ 5 ਦਿਨ ਦੇ ਰਿਮਾਂਡ ਦੀ ਕੀਤੀ ਗਈ ਸੀ ਮੰਗ। ਹਿਮਾਚਲ ਦੇ ਮੰਡੀ ਦੇ ਵਿੱਚ ਢਿੱਗਾਂ ਡਿੱਗਣ ਦੇ ਨਾਲ JCB ਹੋਈ ਚਕਨਾਚੂਰ, ਮੰਡੀ ਦੇ 7 ਮੀਲ ਪੁਆਇੰਟ ਨੇੜੇ ਵਾਪਰਿਆ ਹਾਦਸਾ, ਚੰਡੀਗੜ੍ਹ ਮਨਾਲੀ ਹਾਈਵੇ ਮੁੜ ਹੋਇਆ ਬੰਦ। ਸੋ ਚਰਚਾ ਦੇ ਵਿੱਚ ਇੱਕ ਵਾਰ ਮੁੜ ਤੋਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਗੱਲਬਾਤ ਜਿਹੜੀ ਹੈ ਉਹ ਨਸ਼ੇ ਨੂੰ ਲੈ ਕੇ ਕਰ ਰਹੇ ਹਾਂ। ਦਰਅਸਲ ਵੱਡੇ ਅੰਕੜੇ ਨੇ ਜਿਹੜੇ ਉਹ NCB ਦੇ ਵੱਲੋਂ, ਸਰਕਾਰ ਦੇ ਵੱਲੋਂ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ। NCB ਦੇ ਵੱਲੋਂ ਨਸ਼ਟ ਕੀਤੇ ਨਸ਼ੀਲੇ ਪਦਾਰਥਾਂ ਦਾ ਜੇਕਰ ਵੇਰਵੇ ਦੀ ਗੱਲ ਕਰੀਏ ਤਾਂ NCB ਦੀ ਇੰਦੌਰ ਇਕਾਈ ਦੇ ਵੱਲੋਂ 822 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ ਹੈ। ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਜੰਮੂ ਯੂਨਿਟ ਦੀ, ਜੰਮੂ ਇਕਾਈ ਦੀ NCB ਦੀ, ਤਾਂ 356 ਕਿਲੋਗ੍ਰਾਮ ਨਸ਼ੀਲਾ ਪਦਾਰਥ ਜਿਹੜਾ ਉਹ ਜੰਮੂ ਦੇ ਵਿੱਚ ਨਸ਼ਟ ਕੀਤਾ ਗਿਆ। ਹੈਦਰਾਬਾਦ ਯੂਨਿਟ ਦੀ ਗੱਲ ਕੀਤੀ ਜਾਵੇ ਤਾਂ ਹੈਦਰਾਬਾਦ ਯੂਨਿਟ ਦੇ ਵਿੱਚ ਵੀ ਇਸੇ ਤਰੀਕੇ ਨਾਲ ਮੱਧ ਪ੍ਰਦੇਸ਼ ਦੇ ਵਿੱਚ 1,03,884 ਕਿਲੋਗ੍ਰਾਮ ਸਭ ਤੋਂ ਵੱਧ ਜਿਹੜਾ ਨਸ਼ੀਲਾ ਪਦਾਰਥ ਮੱਧ ਪ੍ਰਦੇਸ਼ ਦੇ ਵਿੱਚ ਨਸ਼ਟ ਕੀਤਾ ਗਿਆ। ਅਸਾਮ ਨੇ 1,486 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਸ਼ਟ ਕੀਤਾ। ਸੋ ਲਗਾਤਾਰ ਮਹਿਮਾਨ ਸਾਡੇ ਨਾਲ ਬਣੇ ਹੋਏ ਨੇ। ਸ਼ਸ਼ੀਵੀਰ ਸ਼ਰਮਾ ਜੀ, 2-3 ਚੀਜ਼ਾਂ ਜਿਹੜੀਆਂ ਨੇ ਉਹ ਅਕਾਲੀ ਦਲ ਦੇ ਬੁਲਾਰੇ ਜਿਹੜੇ ਨੇ ਭੁੱਲਰ ਸਾਹਿਬ ਔਰ ਕਾਂਗਰਸ ਦੇ ਟੀਨਾ ਚੌਧਰੀ, ਉਹ ਕਹਿ ਰਹੇ ਨੇ ਕਿ ਦੇਖੋ ਇੱਕ ਮਾਫੀਆ ਦਾ ਜ਼ਿਕਰ ਕਰ ਰਹੇ ਨੇ ਭੁੱਲਰ ਸਾਹਿਬ ਕਿ ਮੇਨ ਮਾਫੀਆ ਜਿਹੜਾ ਉਸ ਤੋਂ ਹਾਲੇ ਵੀ ਸਰਕਾਰ ਪਰੇ ਹੈ। ਔਰ ਦੂਜਾ ਕਿ ਤੁਸੀਂ 3 ਮਹੀਨੇ ਦਾ ਵਾਅਦਾ ਕੀਤਾ ਸੀ ਕਿ ਸਰਕਾਰ ਆਏਗੀ, 3 ਮਹੀਨੇ ਦੇ ਵਿੱਚ ਅਸੀਂ ਨਸ਼ੇ ਤੇ ਕੰਟਰੋਲ ਪਾ ਲਾਂਗੇ, ਪਰ ਤਸਵੀਰਾਂ ਤਾਂ ਅਸੀਂ ਵੀ ਹੁਣ TV ਦੇ ਉੱਪਰ ਬੈਠ ਕੇ ਜੋ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਉਹ ਅਸੀਂ ਵੀ ਰੋਜ਼ ਦਿਖਾ ਰਹੇ ਹਾਂ। ਤਾਂ ਜ਼ਮੀਨੀ ਪੱਧਰ ਦੇ ਉੱਪਰ ਹਾਲਾਤ ਕਿੰਨੇ ਕੁ ਬਦਲੇ ਨੇ? ਤੁਹਾਡੀ ਸਰਕਾਰ ਇਸ ਬਾਰੇ ਕੀ ਕਹਿੰਦੀ ਹੈ? ਪਹਿਲੀ ਗੱਲ ਤਾਂ ਜਿਸ ਤਰੀਕੇ ਨਾਲ ਬਲਦੀਪ ਜੀ ਮਾਨ ਸਰਕਾਰ ਬਣੀ ਹੈ, ਅਸੀਂ ਪਹਿਲੇ ਦਿਨ ਤੋਂ ਹੀ ਇਸ ਸਿਸਟਮ ਦੇ ਖਿਲਾਫ ਕਾਰਵਾਈ ਕਰਨੀ ਸਟਾਰਟ ਕਰ ਦਿੱਤੀ। ਮੇਜਰ ਬਦਲਾਅ ਜਾਂ ਮੇਜਰ ਚੇਂਜ ਜਿਹੜਾ ਸੀਗਾ, ਤੁਸੀਂ ਦੇਖੋਗੇ ਕਿ ਜਦੋਂ ਦੀ ਸਰਕਾਰ ਬਣੀ ਹੈ, ਚਾਹੇ DSP ਸੀਗਾ ਜਿਹੜਾ ਵੀ ਕੋਈ ਨਸ਼ੇ ਦੇ ਕੇਸ ਦੇ ਵਿੱਚ ਉਹਨੂੰ ਏਡ ਕਰਨ ਦੀ ਕੋਸ਼ਿਸ਼ ਕੀਤਾ ਜਾ ਰਿਹਾ ਸੀਗਾ, ਉਹ ਜੇਲ੍ਹ ਦੇ ਪਿੱਛੇ ਭੇਜਿਆ, ਚਾਹੇ ਐਡੀਸ਼ਨਲ SHO ਹੈ, ਚਾਹੇ SHO, ਚਾਹੇ ASI ਹੈ, ਨੰਬਰ ਆਫ ਪੁਲਿਸ ਆਫੀਸਰ, ਚਾਹੇ ਪੁਲਿਸ ਦੇ ਵਿੱਚ ਜਿਹੜੇ ਬਲੈਕ ਸ਼ਿਪ ਸੀਗੇ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਗਈ। SM ਜੇਲ੍ਹਾਂ ਦੇ ਪਿੱਛੇ ਬੈਠੇ ਹੋਏ ਨੇ ਜਿਹੜੇ ਸਿਰਫ ਡਰੱਗਸ ਦੇ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਕਿਉਂਕਿ ਜ਼ੀਰੋ ਟੋਲਰੈਂਸ ਇਸ ਚੀਜ਼ ਉੱਪਰ ਲੈ ਕੇ ਆਏ ਆ, ਚਾਹੇ day 1 ਤੋਂ ਹੀ ਸਟਾਰਟ ਕਰ ਦਿੱਤਾ ਸੀਗਾ ਪ੍ਰੋਸੈਸ। ਅਤੇ ਨਾਲ ਦੇ ਨਾਲ ਜਿਸ ਤਰੀਕੇ ਦੇ ਨਾਲ ਹਰਜੀਤ ਜੀ ਕਹਿ ਰਹੇ ਜਿਹੜੇ ਅਕਾਲੀ ਦਲ ਦੇ ਪ੍ਰਵਕਤਾ ਕਿ ਲੇਡੀਜ਼ ਨੂੰ ਜਾਂ ਲੜਕੀਆਂ ਦਾ ਇਹਨਾਂ ਨਾਮ ਜ਼ਿਕਰ ਕੀਤਾ ਸੀ, ਮੈਂ ਯਾਦ ਦਿਵਾਉਣਾ ਚਾਹੁੰਦਾ 22 ਮਈ 2016 ਨੂੰ ਫਸਟ ਜਿਹੜਾ ਵੂਮਨ ਡੀ ਐਡਿਕਸ਼ਨ ਸੈਂਟਰ ਇਨੋਗਰੇਟ ਕੀਤਾ ਗਿਆ ਸੀਗਾ। ਉਸ ਟਾਈਮ 2016 ਚ ਕਿੰਨਾ ਹੀ ਸਰਕਾਰ ਸੀਗੀ ਉਹ ਭੁੱਲਰ ਸਾਹਿਬ ਬੜੀ ਚੰਗੀ ਤਰ੍ਹਾਂ ਜਾਣਦੇ ਨੇ। ਸੋ ਇਸ ਤਰੀਕੇ ਨਾਲ ਕਿਉਂਕਿ ਬੜਾ ਸੈਂਸਿਟਿਵ ਇਸ਼ੂ ਹੈ ਪੰਜਾਬ ਦੇ, ਕਾਰਵਾਈ ਹੋ ਰਹੀ ਹੈ। ਜ਼ਿਆਦਾ ਜਿੰਨੀ ਹੈਵੀ ਰਿਕਵਰੀ ਇਸ ਟਾਈਮ ਦੇ ਉੱਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ, ਇਸ ਟਾਈਮ ਦੇ ਉੱਤੇ ਅਪਰੋਕਸੀਮੇਟ 22.33 ਕਰੋੜ ਰੁਪਏ ਡਰੱਗ ਮਨੀ ਰਿਕਵਰ ਕੀਤੀ ਜਾ ਚੁੱਕੀ ਹੈ, 66 ਪ੍ਰਾਪਰਟੀਆਂ ਅਟੈਚ ਕੀਤੀਆਂ ਜਾ ਚੁੱਕੀਆਂ, 27 ਕਰੋੜ ਦੇ ਆਸ-ਪਾਸ ਦੀ ਪ੍ਰਾਪਰਟੀ ਵੈਲਿਊ ਅਟੈਚ ਕੀਤੀ ਜਾ ਚੁੱਕੀ ਹੈ। ਈਵਨ ਮੈਂ ਲਾਸਟ ਵੀਕ ਦੀ ਗੱਲ ਕਰਾਂਗਾ, ਮੈਂ ਜ਼ਿਆਦਾ ਦੂਰ ਨਹੀਂ ਜਾਣਾ, ਲਾਸਟ ਵੀਕ ਦੇ ਵਿੱਚ 297 ਜਿਹੜੇ ਸੀਗੇ ਡਰੱਗ ਸਮਗਲਰ ਅਸੀਂ ਇੱਕ ਵੀਕ ਦੇ ਵਿੱਚ ਫੜੇ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ। ਸ਼ਸ਼ੀਵੀਰ ਜੀ, ਉਹਦਾ ਕਾਰਨ ਕੀ ਹੈ? ਇਹ ਚਲੋ ਠੀਕ ਹੈ, ਤੁਸੀਂ ਅੰਕੜੇ ਗਿਣਾ ਰਹੇ ਹੋ, ਸਰਕਾਰ ਕੇਂਦਰ ਸਰਕਾਰ ਵੀ ਗਿਣਾ ਰਹੀ ਹੈ, NCB ਵੀ ਦੱਸ ਰਹੀ ਹੈ, ਇਹ ਠੀਕ ਹੈ, ਚਲੋ ਆਪਾਂ ਮੰਨਦੇ ਹਾਂ ਕਿ ਇੰਨਾ ਜਿਹੜਾ ਉਹ ਕਾਰਵਾਈ ਕੀਤੀ ਗਈ ਹੈ, ਨਸ਼ੇ ਫੜੇ ਗਏ ਨੇ ਜਾਂ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਤੇ ਸ਼ਿਕੰਜਾ ਕੱਸਿਆ, ਪਰ ਫਿਰ ਸਵਾਲ ਤਾਂ ਉੱਥੇ ਖੜਾ ਹੋ ਜਾਂਦਾ, ਆਮ ਜਿਹੜਾ ਇਨਸਾਨ ਹੈ, ਜੋ ਆਮ ਨਾਗਰਿਕ ਹੈ, ਉਹ ਤਾਂ ਇਹ ਪੁੱਛੇਗਾ ਨਾ ਕਿ ਠੀਕ ਹੈ ਇਹ ਤੁਸੀਂ ਕਾਰਵਾਈ ਕੀਤੀ ਹੈ, ਪਰ ਫਿਰ ਜ਼ਮੀਨੀ ਪੱਧਰ ਤੇ ਨਸ਼ਾ ਕਿਵੇਂ ਹੈ? ਉਹਦਾ ਕਾਰਨ ਕੀ ਹੈ? ਸਰ ਜ਼ਮੀਨੀ ਪੱਧਰ ਤੇ ਮੈਂ ਬਿਲਕੁਲ ਸਟਾਰਟਿੰਗ ਹੀ ਦੱਸਿਆ, ਜਿਸ ਤਰੀਕੇ ਨਾਲ ਮਨੀ ਫਲੋ ਜ਼ਿਆਦਾ ਹੋਣ ਦੇ ਕਾਰਨ ਨਵੇਂ ਬੰਦੇ, ਚਾਹੇ ਉਹ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਉਹਨਾਂ ਨੂੰ ਲਿਆਂਦਾ ਜਾਂਦਾ ਹੈ, ਚਾਹੇ ਉਹ ਪੈਸੇ ਵਾਸਤੇ ਇਨਵੋਲਵ ਹੋ ਕੇ, ਬਟ ਜਦੋਂ ਦੀ ਸਰਕਾਰ ਬਣੀ ਹੈ ਬਖਸ਼ਿਆ ਕਿਸੇ ਨੂੰ ਨਹੀਂ ਜਾ ਰਿਹਾ। ਜਿਹੜਾ ਵੀ ਇੱਕ ਵਾਰੀ ਟ੍ਰੈਪ 'ਚ ਆਇਆ ਉਹ ਬੰਦਾ ਇਸ ਤੋਂ ਸਕਿਆ।
ਨਾ ਹੀ ਕੋਈ ਰਿਸ਼ਵਤ ਦੇ ਕੇ, ਨਾ ਹੀ ਕਿਸੇ ਤਰੀਕੇ ਦੀ ਅਪਰੋਚ ਲੜਾ ਕੇ, ਹਰੇਕ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਸੋ ਇਹਦੇ ਖਿਲਾਫ ਅਸੀਂ ਬਹੁਤ ਵੱਡਾ ਕੈਂਪੇਨ ਚਲਾਇਆ ਸੀ, 1 ਸਾਲ ਦੇ ਆਸ-ਪਾਸ ਜਿਹੜਾ ਪੂਰਾ ਕੈਂਪੇਨ ਚੱਲਿਆ, ਤੇ ਹੁਣ ਜਿਹੜਾ ਕੈਂਪੇਨ ਹੈ ਅਸੀਂ ਪਿੰਡਾਂ ਲੈਵਲ ਦੇ ਉੱਤੇ ਪੰਚਾਇਤਾਂ ਦੀ ਮਦਦ ਦੇ ਨਾਲ ਕਾਰਵਾਈ ਸਟਾਰਟ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਉਹਦੇ ਨਾਲ ਬਿਲਕੁਲ ਜਿਹੜਾ ਚੇਂਜ ਹੈ ਵੱਡੇ ਲੈਵਲ ਤੇ ਆ ਰਿਹਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਇਹਨੂੰ ਜੜੋਂ ਇਹਦਾ ਖਤਮ ਕੀਤਾ ਜਾਏਗਾ ਪੰਜਾਬ ਦੇ ਵਿੱਚੋਂ ਜੀ। ਚਲੋ ਠੀਕ ਹੈ। ਭੁੱਲਰ ਸਾਹਿਬ, ਅੰਮ੍ਰਿਤਸਰ ਦੇ ਵਿੱਚ ਐਨਸੀਬੀ ਦੀ ਇਕਾਈ ਜਿਹੜੀ ਹੈ ਉਸ ਦਾ ਅੱਜ ਨੀਂਹ ਪੱਥਰ ਵਰਚੁਅਲੀ ਤੌਰ ਤੇ ਕੇਂਦਰੀ ਗ੍ਰਹਿ ਮੰਤਰੀ ਨੇ ਰੱਖਿਆ ਹੈ। ਉਸ ਦੇ ਬਾਰੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਲੱਗਦਾ ਹੈ ਕਿ ਉਹ ਇਕਾਈ ਪੰਜਾਬ ਦੇ ਵਿੱਚ ਉਹਦਾ ਜਿਹੜਾ ਦਫ਼ਤਰ ਖੋਲ੍ਹਣ ਦੇ ਨਾਲ ਕੋਈ ਫਰਕ ਤੁਹਾਨੂੰ ਲੱਗਦਾ ਕਿ ਪਏਗਾ, ਔਰ ਇੱਕ ਕੋਆਰਡੀਨੇਸ਼ਨ, ਕੋਆਪਰੇਸ਼ਨ ਤੇ ਕੋਲੈਬੋਰੇਸ਼ਨ ਦੀ ਗੱਲ ਹੋ ਰਹੀ ਹੈ। ਦੇਖੋ ਗੱਲ ਇਸ ਕੀ ਹੈ ਕਿ ਕੋਈ ਸਵਾਲ ਕਰ ਲਿਆ ਆਪਣਾ ਕਮੇਟੀ ਜੀ? ਹਾਂ, ਤੁਹਾਡੀ ਆਵਾਜ਼ ਜਿਹੜੀ ਆ ਉਹ ਪ੍ਰੋਪਰ ਆ ਨਹੀਂ ਰਹੀ। ਹਾਂਜੀ, ਗੱਲ ਇਸ ਤਰ੍ਹਾਂ ਹੈਗੀ ਹੈ ਜੀ ਜੀ ਕਿ ਠੀਕ ਹੈ, ਅੰਮ੍ਰਿਤਸਰ ਖੋਲਿਆ ਗਿਆ ਅੱਜ। ਮੈਂ ਕਹਿੰਦਾ ਕਿ ਠੀਕ ਚੰਗੀ ਗੱਲ ਕੀਤੀ ਹੈ, ਕਿਉਂਕਿ ਮੈਕਸਿਮਮ ਜਿਹੜਾ ਨਸ਼ਾ ਹੈਗਾ ਸਾਡਾ ਪਾਕਿਸਤਾਨ ਸਾਈਡ ਤੋਂ ਡਰੋਨ ਦੇ ਥਰੂ ਜਾਂ ਕਿਸੇ ਵੀ ਤਰੀਕੇ ਨਾਲ ਆ ਰਿਹਾ ਹੈ। ਲੇਕਿਨ ਮੈਂ ਪੁੱਛਣਾ ਚਾਹੁੰਦਾ ਹਾਂ ਸਾਡੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਸਾਹਿਬ ਨੂੰ, ਕਿ ਜਿਹੜਾ ਰਾਜਸਥਾਨ ਦੇ ਰਸਤੇ ਨਸ਼ਾ ਆ ਰਿਹਾ ਹੈ, ਜਿਹੜਾ ਹਰਿਆਣਾ ਦੇ ਰਸਤੇ ਨਸ਼ਾ ਆ ਰਿਹਾ ਹੈ, ਜਿਹੜਾ ਹਿਮਾਚਲ ਦੇ ਰਸਤੇ ਨਸ਼ਾ ਆ ਰਿਹਾ ਹੈ, ਉਹ ਕੌਣ ਫੜੇਗਾ? ਉਹਦੇ ਚਲੋ BSF ਬੈਠੀ ਹੈ, BSF ਫੜ ਲੈਂਦੀ ਹੈ। 50 ਕਿਲੋਮੀਟਰ ਦਾ ਏਰੀਆ ਤੁਸੀਂ ਉਹਨਾਂ ਨੂੰ ਦੇ, 15 ਕਿਲੋਮੀਟਰ ਦਾ ਜਾਂ 50 ਕਿਲੋਮੀਟਰ ਦਾ ਏਰੀਆ ਤੁਸੀਂ ਉਹਨਾਂ ਨੂੰ ਦੇਤਾ, ਵਿੱਚੋਂ ਕਾਰਵਾਈ ਕਰ ਰਹੀ ਹੈ। ਡਰੋਨ ਆਪਣੇ ਡਰੋਨ ਨੂੰ ਫੜਦੀ ਹੈ ਜਿੰਨੇ ਫੜੇ ਜਾਂਦੇ ਹੈ। ਲੇਕਿਨ ਪੰਜਾਬ ਪੁਲਿਸ ਦੇ ਨਾਕੇ ਜਿਹੜੇ ਸਾਡੇ ਬਾਰਡਰ ਏਰੀਆ, ਹਿਮਾਚਲ, ਹਰਿਆਣਾ, ਰਾਜਸਥਾਨ, ਜਿਹੜਾ ਗੁਜਰਾਤ ਦੇ ਰਸਤੇ ਨਸ਼ਾ ਬੰਦਰਗਾਹ ਦੇ ਥਰੂ ਆਉਂਦਾ ਹੈ, ਔਰ ਉਸ ਰਸਤੇ ਦਾ ਜਿਹੜਾ ਪੰਜਾਬ ਚ ਆਉਂਦਾ ਹੈ, ਉਹ ਕਿਉਂ ਨਹੀਂ ਫੜਿਆ ਜਾ ਰਿਹਾ? ਉਹ ਨਾਕੇ ਜਿਹੜੇ ਪੰਜਾਬ ਪੁਲਿਸ ਲਾਉਂਦੀ ਹੈ, ਉਹ ਕਿੱਥੇ ਨਾਕੇ ਨੇ? ਉਹ ਕਿਤੇ ਹੈ ਹੀ ਨਹੀਂ, ਉਹ ਦੇਖਣ ਨੂੰ ਨਹੀਂ ਮਿਲਦੇ। ਔਰ ਇਹ ਨਹੀਂ ਹੈ ਕਿ ਪਾਕਿਸਤਾਨ ਤੋਂ ਨਸ਼ਾ ਇੱਧਰਲੇ ਪਾਸੇ ਹੀ ਆ ਰਿਹਾ, ਹਿੰਦੁਸਤਾਨ ਦੇ ਜਿਹੜੇ ਬਾਰਡਰ ਨੇ ਪੰਜਾਬ ਨਾਲ ਲੱਗਦੇ, ਉਧਰੋਂ ਵੀ ਨਸ਼ਾ ਆ ਰਿਹਾ ਇਸ ਟਾਈਮ। ਔਰ ਦੂਸਰੀ ਗੱਲ, ਜਿਹੜੇ ਅੰਕੜੇ ਗਿਣਾ ਰਹੇ ਨੇ, ਅੰਕੜੇ ਟੋਟਲ ਫੇਕ ਅੰਕੜੇ ਨੇ। ਇਹਨਾਂ 'ਚ ਕੋਈ ਜਿਸ ਤਰ੍ਹਾਂ ਦੇ ਅੰਕੜੇ ਇਹਨਾਂ ਨੇ ਆਪਣੇ ਮੰਤਰੀ ਸਾਹਿਬ ਵਾਸਤੇ ਲਏ ਸੀ, ਉਸ ਦਿਨ ਗਿਣਤੀ ਕਰਾ ਕੇ ਦਿਖਾਤੇ ਸੀਗੇ, ਇੱਕ ਫੋਨ ਦੇ ਉੱਤੇ ਲੱਖਾਂ ਕਾਲ ਇਹਨਾਂ ਨੇ ਦਿਖਾ ਦਿੱਤੀਆਂ, ਜਿਹੜੀਆਂ ਪੋਸੀਬਲ ਹੀ ਨਹੀਂ ਸੀਗੀਆਂ, ਉਹ ਜਿਹੜੇ ਅੰਕੜੇ ਅੱਜ ਦਿਖਾ ਰਹੇ ਨੇ। ਮੈਨੂੰ ਇਹਨਾਂ ਜਵਾਬ ਦੇ ਦੇਣ, ਜਿਹੜਾ ਇੱਕ IG ਭਗੌੜਾ ਹੈ, ਉਹਦਾ ਨੈਕਸਸ ਕੌਣ ਤੋੜੇਗਾ? ਉਹਦੇ ਨਾਲ ਲੱਗੇ ਹੋਏ DSP, ਉਹਦੇ ਨਾਲ ਲੱਗੇ ਹੋਏ SP, ਉਹਦੇ ਨਾਲ ਲੱਗੇ ਹੋਏ ਇੰਸਪੈਕਟਰ, ASI, SI ਜਾਂ ਕਾਂਸਟੇਬਲ ਜਾਂ ਹੌਲਦਾਰ ਜਾਂ ਹੈਡ ਕਾਂਸਟੇਬਲ, ਜਿਹੜੇ ਉਹਨਾਂ ਲੱਗੇ ਸੀ, ਟੀਮ ਜਿਹੜੀ ਸੀਗੀ, ਉਹ ਟੀਮ ਦਾ ਨੈਕਸਸ ਕਦੋਂ ਟੁੱਟੇਗਾ, ਕਦੋਂ ਅਰੈਸਟ ਹੋਏਗਾ, ਉਹ ਦੱਸੇ। ਚਲ ਮੈਂ ਜਵਾਬ ਲੈਣਾ ਤੁਹਾਡੀ ਇਸੇ ਗੱਲ ਦਾ ਜਵਾਬ ਲੈਣਾ। ਨੀਅਤ ਨਹੀਂ ਹੈ, ਧਿਆਨ ਨਹੀਂ ਹੈ ਪੰਜਾਬ ਵੱਲ ਇਹਦਾ ਵੀ। ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਹੈਗਾ ਪੂਰੇ ਹਿੰਦੁਸਤਾਨ ਦੇ ਦਰਸ਼ਨ ਦੇਣ ਤੋਂ ਸਿਵਾਏ ਪੰਜਾਬ ਵੱਲ ਕੋਈ ਧਿਆਨ ਨਹੀਂ ਹੈ। ਜਾਂ ਪੰਜਾਬ ਦੇ ਵਿੱਚ ਓਪੋਜੀਸ਼ਨ ਆਡੇ ਲੈਣੇ, ਤੰਜ ਕੱਸਣੇ, ਜਾਂ ਜਿਹੜਾ ਪੰਜਾਬ ਦਾ ਸਟਰਕਚਰ ਚੱਲ ਰਿਹਾ ਉਹਦੇ ਵਿੱਚ ਤੋੜ-ਫੋੜ ਕਰਨੀ, ਚੰਡੀਗੜ੍ਹ ਦੇ ਹੱਕ ਤੱਕ ਗਵਾਈ ਜਾ ਰਹੇ ਹੈ ਜਿਸ ਤਰੀਕੇ ਨਾਲ ਚੱਲ ਰਿਹਾ ਹੈ। ਔਰ ਡਰੱਗਸ ਦੇ ਉੱਤੇ ਤੇ ਬਿਲਕੁਲ ਟੋਟਲ ਫੇਲਿਅਰ ਹੈ ਇਸ ਟਾਈਮ। ਨਵੇਂ ਐਡਿਕਸ਼ਨ ਸੈਂਟਰ ਕਿੰਨੇ ਖੋਲੇ ਗਏ ਨੇ, ਐਡਿਕਸ਼ਨ ਸੈਂਟਰ ਵਾਸਤੇ ਕਿੰਨੇ ਫੰਡ ਰੱਖੇ ਗਏ ਨੇ, ਐਡਿਕਸ਼ਨ ਸੈਂਟਰ ਦੀਆਂ ਦਵਾਈਆਂ ਵਾਸਤੇ ਕਿੰਨੇ ਫੰਡ ਰੱਖੇ ਗਏ ਨੇ, ਦੱਸ ਜ਼ੀਰੋ ਹੈ ਬਿਲਕੁਲ। ਸ਼ਸ਼ੀਵੀਰ ਜੀ ਜਵਾਬ ਦਿਓ। ਉਹਨਾਂ ਨੇ 2-3 ਸਵਾਲ ਰੇਜ਼ ਕੀਤੇ ਨੇ, ਔਰ ਮੈਂ ਇੱਕ ਜਿਹੜਾ ਉਹ ਪਹਿਲਾਂ ਐਡ ਕਰ ਦੇਣਾ, ਟੀਨਾ ਚੌਧਰੀ ਜੀ ਨੇ ਜੋ ਜ਼ਿਕਰ ਕੀਤਾ ਸੀ ਕਿ ਜੇਲ੍ਹਾਂ ਦੇ ਵਿੱਚ ਵੀ ਨਸ਼ੇ ਦੀਆਂ ਖਬਰਾਂ ਆਪਾਂ ਸੁਣਦੇ ਹਾਂ, ਹਨਾ। ਔਰ ਦੂਜੇ ਪਾਸੇ ਜੋ ਭੁੱਲਰ ਸਾਹਿਬ ਕਹਿ ਰਹੇ ਨੇ ਕਿ ਠੀਕ ਹੈ, ਬਾਰਡਰ ਤੋਂ ਤਾਂ BSF ਕਵਰ ਕਰ ਰਹੀ ਹੈ, ਪਰ ਰਾਜਸਥਾਨ ਤੋਂ, ਹਿਮਾਚਲ ਤੋਂ, ਹਰਿਆਣਾ ਤੋਂ, ਬਲਕਿ ਇੱਕ ਅੰਕੜਾ ਜਿਹੜਾ ਉਹ ਅੱਜ ਉਸ ਨੂੰ ਲੈ ਕੇ ਵੀ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ 1 ਲੱਖ ਕਿਲੋਗ੍ਰਾਮ ਤੋਂ ਜ਼ਿਆਦਾ ਦਾ ਜਿਹੜਾ ਨਸ਼ਾ ਤਾਂ ਉੱਥੋਂ ਹੀ ਡਿਸਟਰੋਏ ਕੀਤਾ ਉਹਨਾਂ ਨੇ। ਬਲਦੀਪ ਜੀ, ਮੈਂ ਯਾਦ ਦਿਵਾਉਣਾ ਚਾਹੁੰਦਾ, ਜਿਹੜੀ ਰਿਕਵਰੀ ਹੋਈ ਹੈ 1220 ਕਿਲੋ ਦੇ 1 ਸਾਲ ਦੇ ਅੰਦਰ ਜਿਹੜੀ ਹੈਰੋਇਨ ਰਿਕਵਰ ਕੀਤੀ ਹੈ ਪੰਜਾਬ ਸਰਕਾਰ ਦੇ ਜਿਹੜਾ ਡਰਾਈਵ ਚਲਾਈ ਗਈ ਸੀ ਉਹਦੇ ਥਰੂ, ਚਾਹੇ 902 kg ਗਾਂਜਾ ਰਿਕਵਰ ਕੀਤਾ ਗਿਆ, ਚਾਹੇ 65,49,000 ਜਿਹੜੀ ਗੋਲੀਆਂ ਡਰੱਗਸ ਦੇ ਰੂਪ ਜਿਹੜੀ ਸਭ ਤੋਂ ਸਸਤੀ ਅਵੇਲੇਬਲ ਸੀਗੀਆਂ ਉਹ ਵੀ ਰਿਕਵਰ ਕੀਤੀਆਂ ਗਈਆਂ ਨੇ। ਹੁਣ ਇਹ ਸਰਕਾਰ ਨੇ ਰਿਕਵਰ ਕੀਤੀ ਹੈ ਪਾਕਿਸਤਾਨ ਤੋਂ, ਸਾਰੀ ਪਾਕਿਸਤਾਨ ਤੋਂ ਨਹੀਂ ਆ ਰਹੀ। ਪੰਜਾਬ ਸਰਕਾਰ ਦੀ ਇੰਟੈਲੀਜੈਂਸ ਨੇ, ਜਿਹੜਾ ਪੰਜਾਬ ਸਰਕਾਰ ਦੀ ਜਿਹੜੀ ਟੀਮ ਬਣੀ ਸੀਗੀ ਉਹਨਾਂ ਨੇ ਗਠਨ ਕੀਤੀ, ਉਹਨਾਂ ਨੇ ਅਰੈਸਟ ਕਰਕੇ ਫੜੇ ਗਏ ਨੇ ਇਹਦੇ ਵਿੱਚ। ਹੁਣ ਜਿਹੜੇ ਅੰਕੜੇ ਦੀ ਗੱਲ ਕਰ ਰਹੇ, ਮੈਂ ਬਾਰ-ਬਾਰ ਯਾਦ ਦਿਲਾਉਣਾ ਚਾਹੁੰਦਾ ਕਿ ਅੰਕੜਾ ਕਾਰਵਾਈ ਹੋ ਰਹੀ ਹੈ ਤੇ ਅੰਕੜੇ ਫੜੇ ਜਾ ਰਹੇ ਨੇ। ਕਾਰਵਾਈ ਹੋ ਰਹੀ ਹੈ, ਚਾਹੇ ਤੁਸੀਂ ਜੇਲ੍ਹਾਂ ਦੀ ਗੱਲ ਕਰ ਰਹੇ ਹੋ, ਜੇਲ੍ਹਾਂ ਦੇ ਵਿੱਚ ਵੀ ਤੁਸੀਂ ਜੇਲ੍ਹ ਸੁਪਰੀਡੈਂਟ ਤੁਹਾਡੇ ਚੈਨਲ ਦੇ ਪਿੱਛੇ ਰਿਪੋਰਟਸ ਚੱਲਦੀ ਰਹੀਆਂ, ਕਿੰਨੇ ਐਸਐਮ ਦੇ ਜੇਲ੍ਹ ਜਿਹੜੇ ਸੁਪਰੀਡੈਂਟ ਸੀਗੇ ਜਿਹੜੇ ਅਸਿਸਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਚਾਹੇ ਨਸ਼ੇ ਦੇ ਕੇਸ, ਚਾਹੇ ਮੋਬਾਈਲ ਫੋਨ ਪਹੁੰਚਾਉਣ ਦੇ ਵਿੱਚ, ਉਹ ਸਾਰੇ ਸਸਪੈਂਡ ਕੀਤੇ ਗਏ ਨੇ ਤੇ ਸਾਰੇ ਐਸਐਮ ਦੇ ਉੱਤੇ ਫੜ ਕੇ ਕੁਝ ਬੰਦੇ ਜਿਹੜੇ ਫੜ ਕੇ ਜੇਲ੍ਹਾਂ ਵਿੱਚ ਵੀ ਭੇਜੇ ਜਾ ਚੁੱਕੇ ਨੇ। ਸੋ ਐਸੀ ਕੋਈ ਦੋ ਰਾਏ ਨਹੀਂ ਹੈ ਕਿ ਸਰਕਾਰ ਕੰਮ ਨਹੀਂ ਕਰ ਰਹੀ। ਦੂਸਰਾ, ਇਹਨਾਂ ਨੇ ਰਾਜਜੀਤ ਦੀ ਗੱਲ ਕੀਤੀ ਸੀ ਕਿ ਮੈਂ ਯਾਦ ਦਿਵਾਉਣਾ ਚਾਹੁੰਦਾ, ਰਾਜਜੀਤ ਤੇ ਆਮ ਆਦਮੀ ਪਾਰਟੀ ਸਰਕਾਰ ਹੈ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ। ਚਾਹੇ ਰਾਜਜੀਤ ਦੀ ਖਿਲਾਫ ਕਾਰਵਾਈ ਕਰਨ ਦੀ ਗੱਲ ਹੋਵੇ, ਚਾਹੇ AIG ਅਸ਼ੀਸ਼ ਕਪੂਰ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਹੋਵੇ, ਆਮ ਆਦਮੀ ਪਾਰਟੀ ਸਰਕਾਰ ਦੇ ਕੋਲ ਕੈਪੈਸਿਟੀ ਹੈਗੀ ਹੈ। ਚਾਹੇ ਕੋਈ ਕਰਪਟ ਪੁਲਿਸ ਅਫੀਸ਼ੀਅਲ ਹੈ, ਚਾਹੇ ਕੋਈ ਕਰਪਟ IAS ਅਫਸਰ ਹੈ, ਚਾਹੇ ਕੋਈ ਕਰਪਟ ਪੋਲੀਟੀਸ਼ੀਅਨ ਹੈ, ਹਰੇਕ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਕੋਲ ਇਸ ਚੀਜ਼ ਦੀ ਕੈਪੈਸਿਟੀ ਹੈਗੀ ਹੈ, ਅਸੀਂ ਕਾਰਵਾਈ ਕਰ ਰਹੇ ਹਾਂ।
ਇਹ 'ਚ ਕੋਈ ਦੋ ਰਾਏ ਨਹੀਂ ਹੈ। ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕੰਮ ਹਜੇ ਹੋਣ ਵਾਲਾ ਵੀ ਬਾਕੀ ਹੈ। ਆਮ ਆਦਮੀ ਪਾਰਟੀ ਨਿਰੰਤਰ ਕੰਮ ਕਰਦੀ ਪਈ ਹੈ ਉਸ ਚੀਜ਼ ਤੇ, ਐਫਰਟਸ ਆ ਰਹੇ ਨੇ ਤੇ ਐਫਰਟ ਜਿਹੜੇ ਅੰਕੜਿਆਂ ਦੇ ਜ਼ਰੀਏ ਸ਼ੋ ਹੋ ਰਹੇ ਨੇ। ਦੂਸਰਾ, ਜਿਹੜੇ ਕਹਿ ਰਹੇ ਨੇ ਕਿ ਅੰਕੜੇ ਝੂਠੇ ਨੇ, ਆਰਟੀਆਈ ਫਾਈਲ ਕਰ ਸਕਦੇ ਨੇ। ਜਿਹੜੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਜਿਹੜੇ ਬੇਸਿਕਲੀ ਜਦੋਂ ਡਾਟਾ ਪ੍ਰੋਵਾਈਡ ਕਰਦੇ ਨੇ, ਚਾਹੇ ਪੰਜਾਬ ਪੁਲਿਸ ਪ੍ਰੋਵਾਈਡ ਕਰਦੀ ਹੈ, ਉਹਨਾਂ 'ਚ ਝੂਠ ਨਹੀਂ ਹੋ ਸਕਦਾ। ਤੁਸੀਂ ਆਪਦੀ ਆਰਟੀਆਈ ਫਾਈਲ ਕਰਕੇ ਦੇਖ ਸਕਦੇ ਹੋ। ਕਾਰਵਾਈ ਹੋ ਰਹੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਆਮ ਆਦਮੀ ਪਾਰਟੀ ਨੇ ਜਦੋਂ ਦੇ ਆਏ ਬਹੁਤ ਸਪੀਡ ਕਰਕੇ, ਚਾਹੇ ਇਹਨੂੰ ਡੇ ਟੂ ਡੇ ਪ੍ਰੋਸੀਡਿੰਗ ਦੇ ਵਿੱਚ ਵਾਚ ਕਰਕੇ ਮਾਨ ਸਾਹਿਬ ਦੇਖ ਰਹੇ ਨੇ। ਅੱਛਾ ਚਲੋ, ਮੈਂ ਸ਼ਸ਼ੀਵੀਰ ਜੀ ਇੱਕ ਸਿੰਪਲ ਜਿਹਾ ਪੁਆਇੰਟ ਪੁੱਛਦਾ ਤੁਹਾਡੇ ਤੋਂ। ਚਲੋ ਤੁਸੀਂ ਕਹਿ ਰਹੇ ਹੋ ਕਿ ਕਾਰਵਾਈ ਹੋ ਰਹੀ ਹੈ, ਨਸ਼ਾ ਖਤਮ ਜ਼ਰੂਰ ਕਰਾਂਗੇ। ਚੋਣਾਂ ਤੋਂ ਪਹਿਲਾਂ ਕੋਈ ਵੀ, ਮੈਂ ਇੱਕ ਪਾਰਟੀ ਦਾ ਜ਼ਿਕਰ ਨਹੀਂ ਕਰਦਾ, ਆਮ ਤੌਰ ਤੇ ਸਿਆਸੀ ਧਿਰਾਂ ਬੜਾ ਟਾਰਗੇਟ ਕਰਕੇ ਜ਼ਿਕਰ ਕਰਦੀਆਂ ਨੇ ਕਿ ਅਸੀਂ ਆਹ ਚੀਜ਼ ਜਿਹੜੀ ਹੈ ਇੰਨੇ ਸਮੇਂ ਦੇ ਵਿੱਚ ਖਤਮ ਕਰ ਦਾਂਗੇ। ਪਰ ਚੋਣਾਂ ਤੋਂ ਬਾਅਦ ਜਦੋਂ ਕੋਈ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਹੈ, ਫਿਰ ਇਹ ਕਿਹਾ ਜਾਂਦਾ ਕਿ ਦੇਖੋ ਜੀ ਕਾਰਵਾਈ ਕਰ ਰਹੇ ਹਾਂ, ਹੋ ਰਹੀ ਹੈ ਕਾਰਵਾਈ, ਹੋ ਜਾਏਗਾ, ਤਾਂ ਫਿਰ ਉੱਥੇ ਸਮਾਂਬੱਧ ਕੁਝ ਨਹੀਂ ਹੁੰਦਾ। ਹੁਣ ਜੇਕਰ ਸਾਨੂੰ ਵੀ ਲੋਕ ਕਈ ਵਾਰ, ਅਸੀਂ ਲੋਕਾਂ ਦੇ ਨਾਲ ਜਿਹੜਾ ਉਹ ਗੱਲਬਾਤ ਕਰਦੇ ਹਾਂ, ਤਾਂ ਉਹ ਕਹਿੰਦੇ ਨੇ ਕਿ ਕੁਝ ਸਮਾਂ ਦਾ ਟਾਰਗੇਟ ਹੋਵੇ ਨਾ, ਕਿ ਇੰਨੇ ਸਮੇਂ ਦੇ ਵਿੱਚ ਤੁਸੀਂ ਆਹ ਚੀਜ਼ ਖਤਮ ਕਰ ਦਿਓਗੇ। ਬਲਦੀਪ ਜੀ, ਚਾਹੇ ਇਲੈਕਸ਼ਨਸ ਤੋਂ ਪਹਿਲਾਂ ਸਾਡੀ ਕਮਿਟਮੈਂਟ ਸੀਗੀ, ਅਸੀਂ ਪ੍ਰਾਇੋਰਟੀ ਬੇਸ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਹੁਣ ਚਾਹੇ ਕਿਸੇ ਨੂੰ ਵੀ ਆਮ ਆਦਮੀ ਪਾਰਟੀ ਦੇ ਦਫ਼ਤਰ ਵੱਲੋਂ ਕਿਸੇ ਨੂੰ ਫੋਨ ਕਰਕੇ ਛੜਾਇਆ ਨਹੀਂ ਜਾ ਰਿਹਾ, ਚਾਹੇ ਕੋਈ ਵਿਰੋਧੀ ਧਿਰ, ਚਾਹੇ ਕੋਈ ਦੂਸਰੀ ਪਾਰਟੀ ਸੀ, ਸਾਰੇ ਇੱਕ ਚੀਜ਼ ਕਹਿ ਸਕਦੇ, ਪੁਰਾਣੇ ਟਾਈਮ ਦੇ ਜਿੰਨੇ ਝੂਠੇ ਪਰਚੇ ਦਰਜ ਹੁੰਦੇ ਸੀਗੇ ਨਸ਼ੇ ਦੇ ਕੇਸਾਂ ਦੇ ਵਿੱਚ, ਇਸ ਵਾਰ ਕਿਸੇ ਦੇ ਉੱਪਰ ਵੀ ਨਸ਼ੇ ਦਾ ਕੋਈ ਝੂਠਾ ਕੇਸ ਨਹੀਂ ਦਰਜ ਹੋ ਰਿਹਾ। ਜਿਹੜੇ ਰੀਅਲ ਸਮਗਲਰ ਨੇ ਜਾਂ ਜਿਹੜੇ ਪੈਡਲਰ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮਨੀ ਫਲੋ ਹੀ ਇੰਨਾ ਜ਼ਿਆਦਾ ਹੈ, ਚਾਹੇ ਹਰ ਰੋਜ਼ ਨਵੇਂ ਤੋਂ ਨਵਾਂ ਬੰਦਾ ਜਿਹੜਾ ਸਾਹਮਣੇ ਨਿਕਲ ਕੇ ਆ ਰਿਹਾ, ਉਹਦੇ ਖਿਲਾਫ ਇੱਕ ਸਿਸਟਮੈਟਿਕ ਵੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਹਦੇ ਦੋ ਤਿੰਨ ਹੋਰ ਵੀ ਜਿਹੜੇ ਕਾਰਨ ਨੇ, ਚਾਹੇ ਬੇਰੁਜ਼ਗਾਰੀ ਹੈ, ਚਾਹੇ ਇਹਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਦੇਣਾ ਨਾ ਹੋਵੇ, ਚਾਹੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹ ਇਨਵੋਲਵ ਹੁੰਦੇ ਹੋਣ, ਚਾਹੇ ਡੀ ਐਡਿਕਸ਼ਨ ਸੈਂਟਰ ਪ੍ਰੋਪਰਲੀ ਵਰਕ ਨਾ ਕਰਦੇ ਹੋਣ, ਬੜੇ ਫੈਕਟਰ ਸੀਗੇ। ਆਮ ਆਦਮੀ ਪਾਰਟੀ ਨੇ ਸਿਸਟਮੈਟਿਕ ਵੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ, ਰੋਜ਼ਗਾਰ ਵੀ ਵੰਡਿਆ ਤਾਂ ਕਿ ਜਿਹਦੇ ਨਾਲ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਆਪਣਾ ਟਾਰਗੇਟ ਕਲੀਅਰ ਹੋਵੇ। ਦੂਸਰੇ ਪਾਸੇ ਜਿਹੜੇ ਐਡਿਕਟਡ ਸੀਗੇ ਉਹਨਾਂ ਦੇ ਵਿੱਚ ਜੇਲ੍ਹ ਦੇ ਵਿੱਚ ਉਹਨਾਂ ਦੇ ਇਲਾਜ ਵੀ ਚੱਲੇ ਨੇ। ਸੋ ਕਾਰਵਾਈ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਡੇ 1 ਤੋਂ ਹੀ ਟੀਚਰ ਕੀਤਾ ਸੀਗਾ। ਠੀਕ ਹੈ ਤੁਹਾਡਾ ਪੁਆਇੰਟ ਹੈ। ਵੱਲੋਂ ਕਿਸੇ ਵੀ ਸਾਡੇ ਨੁਮਾਇੰਦੇ ਵੱਲੋਂ ਕਿਸੇ ਦੀ ਏਡ ਜਾਂ ਕਿਸੇ ਦੀ ਮਦਦ ਨਹੀਂ ਕੀਤੀ ਕਿ ਜਿਹੜਾ ਨਸ਼ੇ ਦੇ ਕੇਸ ਇਨਵੋਲਵ ਸੀਗਾ। ਚਲੋ, ਆਮ ਆਦਮੀ ਪਾਰਟੀ ਟੀਨਾ ਜੀ ਇਹ ਦਾਅਵਾ ਕਰਦੀ ਹੈ ਕਿ ਜੇ ਅਸੀਂ ਕਿਸੇ ਨੂੰ ਜਾਂ ਪੁਲਿਸ ਨੇ ਫੜਿਆ ਜਾਂ ਕਿਸੇ ਜਾਂਚ ਏਜੰਸੀ ਨੇ ਫੜਿਆ ਤਾਂ ਸਰਕਾਰ ਉਹਦੀ ਮਦਦ ਨਹੀਂ ਕਰਦੀ ਹੈ, ਕਾਰਵਾਈ ਹੋ ਰਹੀ ਹੈ। ਇੱਕ ਤਾਂ ਜੋ ਇਹ ਗੱਲ ਕਹਿ ਰਹੇ ਨੇ ਉਸ ਦਾਅਵੇ ਦੇ ਉੱਪਰ ਕਮੈਂਟ ਜ਼ਰੂਰ ਕਰੋ। ਔਰ ਜਿਹੜਾ ਅੱਜ ਮੰਤਰ ਦਿੱਤਾ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਕੋਆਰਡੀਨੇਸ਼ਨ, ਕੋਲੈਬੋਰੇਸ਼ਨ, ਕੋਆਪਰੇਸ਼ਨ ਦਾ, ਤੁਹਾਨੂੰ ਲੱਗਦਾ ਹੈ ਕਿ ਉਹਦੇ ਨਾਲ ਕੋਈ ਅਸਰ ਜ਼ਮੀਨੀ ਪੱਧਰ ਦੇ ਉੱਪਰ ਦਿਸੇਗਾ? ਵੈਸੇ ਬਲਦੀਪ ਜੀ ਦੇਖਿਆ ਜਾਏ, ਅਗਰ ਕੇਂਦਰ ਸਰਕਾਰ, ਪੰਜਾਬ ਸਰਕਾਰ ਰਲ ਮਿਲ ਕੇ ਇਸ ਮੁੱਦੇ ਦੇ ਉੱਤੇ ਜੇ ਕੰਮ ਕਰੇਗੀ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਉੱਤੇ ਠੱਲ ਪਾਈ ਜਾ ਸਕਦੀ ਹੈ। ਬਟ ਪ੍ਰੋਬਲਮ ਇੱਥੇ ਇਹ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਆਲਰੇਡੀ ਸੈਂਟਰ ਗਵਰਨਮੈਂਟ ਦੇ ਨਾਲ ਕਈ ਸਾਰੇ ਭੇਦਭਾਵ ਚੱਲ ਰਹੇ ਨੇ, ਜਿੱਥੇ ਹਰ ਚੀਜ਼ ਦੇ ਉਹਨਾਂ ਦੇ ਵਿੱਚ ਕਲੈਸ਼ਸ ਚੱਲ ਰਹੇ ਨੇ, ਚਾਹੇ ਪੰਜਾਬ ਦੇ ਗਵਰਨਰ ਸਾਹਿਬ ਹੋਣ ਔਰ ਜਾਂ ਫਿਰ ਸੈਂਟਰ ਸਰਕਾਰ ਹੋਵੇ। ਹਰ ਪਾਸੇ ਕੋਈ ਵੀ ਚੀਜ਼ ਰੱਖੀ ਜਾਂਦੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਾਡੀ ਵਾਰੀ ਵੀ ਕੇਂਦਰ ਸਰਕਾਰ ਵੱਲੋਂ ਭੇਦਭਾਵ ਰੱਖੇ ਜਾਂਦੇ ਸੀ ਕਾਂਗਰਸ ਦੇ ਨਾਲ, ਇਸ ਵਾਰ ਵੀ ਆਮ ਆਦਮੀ ਪਾਰਟੀ ਦੇ ਨਾਲ ਵੀ ਰੱਖੇ ਜਾਂਦੇ ਨੇ। ਬਟ ਅਗਰ ਕੋਆਰਡੀਨੇਸ਼ਨ ਦੀ ਜੇ ਗੱਲ ਕੀਤੀ ਜਾਏ, ਅਗਰ ਇਹਨਾਂ ਨੇ ਪੰਜਾਬ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਇਹ ਆਫਿਸਿਸ ਦੀ ਇਨੋਗ੍ਰੇਸ਼ਨਸ ਕੀਤੀਆਂ ਹੈਗੀਆਂ, ਸੋ ਮੈਨੂੰ ਲੱਗਦਾ ਹੈ ਜਿੱਥੇ ਤੁਸੀਂ ਆਰਡੀਐਫ ਦੀ ਫੰਡ ਦੀ ਕਲੈਰੀਫਿਕੇਸ਼ਨ ਨਹੀਂ ਹਜੇ ਤੱਕ ਸੈਂਟਰ ਸਰਕਾਰ ਨੂੰ ਦੇ ਸਕੇ, ਤਾਂ ਕਿਸ ਤਰ੍ਹਾਂ ਹੋਏਗਾ ਇਦਾਂ ਕਿ ਇਹ ਸਾਰੀਆਂ ਚੀਜ਼ਾਂ ਰਲ ਮਿਲ ਕੇ ਚੱਲਣੀਆਂ। ਪੰਜਾਬ ਦੇ ਵਿੱਚ ਐਡਮਿਨਿਸਟ੍ਰੇਸ਼ਨ ਜਦੋਂ ਤੱਕ ਰਿਪੋਰਟਿੰਗ ਨਹੀਂ ਕਰੇਗੀ, ਆਫਿਸ ਚੱਲੇਗਾ ਕਿਸ ਤਰ੍ਹਾਂ ਔਰ ਕੰਮ ਕਿਸ ਤਰ੍ਹਾਂ ਕਰੇਗਾ? ਕੌਣ ਸਾਰੀਆਂ ਡਿਟੇਲਸ ਲਏਗਾ? ਬਿਨਾਂ ਲੋਕਲ ਐਡਮਿਨਿਸਟ੍ਰੇਸ਼ਨ ਤੋਂ ਕਿਆ ਇਹ ਆਫਿਸਿਸ ਚੱਲ ਸਕਦੇ ਨੇ? ਇਹਦੇ ਵਿੱਚ ਬਾਰਡਰ ਸਿਕਿਉਰਿਟੀ ਫੋਰਸਿਸ ਵੀ ਇਨਵੋਲਵਡ ਹੈਗੀਆਂ ਨੇ, ਜਿੱਥੇ ਸੈਂਟਰ ਗਵਰਨਮੈਂਟ ਜਿਹੜਾ ਹੈ ਪੂਰਾ ਹੋਲਡ ਰੱਖਿਆ ਹੋਇਆ ਹੈ, ਔਰ ਜਿੱਥੇ ਸਾਰੀਆਂ ਐਨਸੀਬੀ ਟੀਮਸ, ਵਿਜੀਲੈਂਸ ਦੀ ਟੀਮਸ ਔਰ ਜਿਹੜੀਆਂ ਕ੍ਰਾਈਮ ਬ੍ਰਾਂਚਸ ਦੀ ਟੀਮਸ ਨੇ, ਇਹ ਸਾਰੀ ਕੋਲੈਬੋਰੇਸ਼ਨ ਕਰਕੇ ਚੱਲਦੀਆਂ ਨੇ। ਇਹਨਾਂ 'ਚ ਭੇਦਭਾਵ ਵੀ ਨਹੀਂ ਖਤਮ ਹੋ ਰਹੇ ਤੇ ਪੰਜਾਬ ਦੇ ਮੁੱਦੇ ਤੇ ਗੱਲ ਕਰਾਂਗੇ ਕਦੋਂ? ਇਹ ਕਦੇ ਨਹੀਂ ਉਸ ਤੱਕ ਹੋ ਸਕਦਾ ਕਿ ਜਦੋਂ ਤੱਕ ਦੋਨੋਂ ਸੈਂਟਰ ਸਰਕਾਰ ਔਰ ਸੂਬਾ ਸਰਕਾਰ ਮਿਲ ਕੇ ਇਸ ਉੱਪਰ ਕੰਮ ਨਹੀਂ ਕਰੇਗੇ, ਉਦੋਂ ਤੱਕ ਪੰਜਾਬ ਦੇ ਵਿੱਚ ਨਸ਼ੇ ਦੇ ਉੱਤੇ ਠੱਲ ਨਹੀਂ ਪਾਈ ਜਾ ਸਕਦੀ। ਕੋਈ ਜਿੰਨੀ ਮਰਜ਼ੀ ਕਮਿਟਮੈਂਟ ਕਰ ਲੇ, ਇਹ ਪੋਸੀਬਲ ਨਹੀਂ ਹੈਗਾ। ਹੁਣ ਦੇਖਿਆ ਜਾਏ ਕਿੰਨੇ ਸਾਰੇ ਡਰੋਨਸ ਪਾਏ ਜਾ ਰਹੇ ਨੇ। ਵਿੱਚ ਤਾਲਮੇਲ ਨਹੀਂ ਹੈ ਦੋਨਾਂ ਸਰਕਾਰਾਂ ਦਾ? ਬਿਲਕੁਲ ਨਹੀਂ ਹੈ ਜੀ। ਸਭ ਤੋਂ ਵੱਡੀ ਐਗਜ਼ਾਮਪਲ ਹੈ ਪੰਜਾਬ ਦੇ ਰਾਜਪਾਲ, ਕਿਸ ਤਰੀਕੇ ਦੇ ਨਾਲ ਤੁਸੀਂ ਵੀ ਦੱਸਿਆ ਹੁਣ ਕਿ ਸੋਧ ਬਿੱਲ ਦੇ ਵਿੱਚ ਸਾਰੀ ਰਿਜੈਕਸ਼ਨਸ ਹੋ ਗਈਆਂ ਔਰ ਇਹਨਾਂ ਨੇ ਜੋ ਲਾਸਟ ਸੈਸ਼ਨ ਸੱਦਿਆ ਸੀ ਵਿਧਾਨ ਸਭਾ ਦਾ, ਉਹਦੇ ਵਿੱਚ ਵੀ ਜਿਹੜੀ ਹੈਗੀ ਉਲੰਘਣਾ ਕੀਤੀ ਹੈ ਕਨਸਟੀਟਿਊਸ਼ਨ ਦੀ। ਉਹਨਾਂ ਨੇ ਤਾਂ ਸੈਸ਼ਨ ਦੇ ਉੱਪਰ ਹੀ ਸਵਾਲ ਚੱਕਤੇ ਆ ਨਾ ਗਵਰਨਰ ਸਾਹਿਬ ਨੇ। ਬਿਲਕੁਲ, ਕਿਉਂ ਨਹੀਂ ਚੁੱਕਣਗੇ ਜਦੋਂ ਉਹਨਾਂ ਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਜਾਏਗੀ ਐਸੇ ਸੈਸ਼ਨਸ ਦੀ, ਔਰ ਜਾਂ ਫਿਰ ਪਤਾ ਹੈਗਾ ਕਿ ਹਰ ਵੇਲੇ ਕੋਈ ਵੀ ਅਸੀਂ ਲਾਅ ਪਾਸ ਕਰਨਾ ਉਹਦੇ ਵਿੱਚ ਗਵਰਨਰ ਸਾਹਿਬ ਦੇ
ਸਾਈਨ ਹੋਣੇ ਜ਼ਰੂਰੀ ਹੈ। ਜੇ ਤੁਸੀਂ ਉਹਨਾਂ ਨਾਲ ਕੋਆਰਡੀਨੇਸ਼ਨ ਹੀ ਨਹੀਂ ਕਰੋਗੇ, ਹਰ ਟਾਈਮ ਤੁਹਾਡੀ ਈਗੋ ਹਰਟ ਹੋਏਗੀ, ਹਰ ਟਾਈਮ ਤੁਸੀਂ ਉਹਨਾਂ ਤੇ ਲਈ ਭਾਗੇ ਵਰਡ ਯੂਜ਼ ਕਰੋਗੇ ਉਹਨਾਂ ਲਈ, ਤੇ ਕਿਸ ਤਰੀਕੇ ਦੇ ਨਾਲ ਕੋਆਰਡੀਨੇਸ਼ਨ ਚਲੋ ਚੱਲੇਗੀ? ਇਹ ਇੱਕ ਵੈਲਿਡ ਪੁਆਇੰਟ ਆ ਜਿਹੜਾ ਤੁਸੀਂ ਰੇਜ਼ ਕੀਤਾ। ਮੈਂ ਸ਼ਸ਼ੀਵੀਰ ਜੀ ਜਵਾਬ ਜ਼ਰੂਰ ਦਿਓ ਇਹਦਾ ਕਿ ਕੋਆਰਡੀਨੇਸ਼ਨ, ਕੋਲੈਬੋਰੇਸ਼ਨ, ਕੋਆਪਰੇਸ਼ਨ ਦਾ ਮੰਤਰ ਤਾਂ ਚਲੋ ਦੇ ਰਹੇ ਨੇ ਕੇਂਦਰੀ ਗ੍ਰਹਿ ਮੰਤਰੀ। ਤੁਹਾਨੂੰ ਲੱਗਦਾ ਕਿ ਇਹ ਸੰਭਵ ਹੋ ਪਾਏਗਾ? ਤੁਹਾਨੂੰ ਜ਼ਿਆਦਾ ਤੁਸੀਂ ਇਸ ਬਾਰੇ, ਤੁਹਾਡੀ ਸਰਕਾਰ ਜਿਹੜੀ ਆ ਰੋਜ਼ 2-4 ਹੋ ਰਹੀ ਹੈ। ਚਾਹੇ ਪੰਜਾਬ ਦੇ ਹੱਕ ਦੇ ਵਾਸਤੇ ਸਾਡੀ ਸੈਂਟਰ ਗਵਰਨਮੈਂਟ ਨਾਲ ਸੋ ਆਪਸ ਵਿੱਚ ਅਣਬਣ ਰਹਿੰਦੀ ਹੋਵੇ, ਪਰ ਜਦੋਂ ਏਜੰਸੀਜ਼ ਕੰਮ ਕਰਦੀ ਹੈ, ਚਾਹੇ ਪੰਜਾਬ ਪੁਲਿਸ ਕੋਲੈਬੋਰੇਸ਼ਨ ਦੇ ਨਾਲ ਕੰਮ ਕਰਦੀ ਹੈ, ਉਹਦੀ ਐਗਜ਼ਾਮਪਲ ਹੈ ਜਿਹੜੀ 1 ਸਾਲ ਦੇ ਵਿੱਚ 964 ਜਿਹੜੇ ਪ੍ਰੋਕਲਾਮੇਟ ਆਫੈਂਸਰਸ ਸੀਗੇ, ਜਿਹੜੇ ਭਗੌੜੇ ਸੀਗੇ ਐਨਡੀਪੀਐਸ ਦੇ ਕੇਸਾਂ ਦੇ ਵਿੱਚੋਂ, ਕੋਈ ਰਾਜਸਥਾਨ ਤੋਂ ਫੜੇ ਗਏ ਨੇ, ਕੋਈ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆਂਦੇ ਗਏ, ਕੁਝ ਯੂਪੀ ਤੋਂ ਫੜ ਕੇ ਲਿਆਂਦੇ ਗਏ ਨੇ। ਏਜੰਸੀਜ਼ ਆਪਸ ਦੇ ਵਿੱਚ ਜਿਹੜਾ ਕੋਲੈਬੋਰੇਸ਼ਨ ਚੱਲਦੀ ਰਹਿੰਦੀ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਏਜੰਸੀਜ਼ ਆਪਦੀ ਇਨਵੈਸਟੀਗੇਸ਼ਨ, ਏਜੰਸੀਜ਼ ਆਪਦੀ ਸੀਕ੍ਰੇਟ ਇਨਫੋਰਮੇਸ਼ਨਸ ਵੀ ਸ਼ੇਅਰ ਕਰਦੇ ਰਹਿੰਦੇ ਨੇ। ਬਾਕੀ ਜਿਹੜੀ ਗੱਲ ਬਚੀ ਸੈਂਟਰ ਦੇ ਨਾਲ ਟਕਰਾਅ ਦੀ, ਅਗਰ ਪੰਜਾਬ ਦੇ ਹਿੱਤਾਂ ਦੀ ਗੱਲ ਆਏਗੀ, ਡੈਫੀਨਿਟਲੀ ਟਕਰਾਅ ਤਾਂ ਰਹੇਗਾ ਹੀ। ਤੁਸੀਂ ਜਿਸ ਚਾਹੇ ਮਰਜ਼ੀ ਤੁਸੀਂ ਫੈਡਰਲ ਸਟਰਕਚਰ ਤੇ ਜਦੋਂ ਚੋਣ ਪਛਾਣ ਦੀ ਗੱਲ ਆਉਂਦੀ ਹੈ, ਜਾਂ ਸੈਂਟਰ ਜਿਸ ਤਰੀਕੇ ਨਾਲ ਜਿੱਥੇ ਬੀਜੇਪੀ ਦੀ ਗੱਲ ਆਉਂਦੀ ਹੈ, ਸ਼ਸ਼ੀਵੀਰ ਜੀ ਇੱਕ ਪੁਆਇੰਟ ਮੈਂ ਅਰਜ਼ ਕਰਦਾ, ਇੱਕ ਪੁਆਇੰਟ ਮੈਂ ਜ਼ਿਕਰ ਕਰਦਾ, ਉੱਥੇ ਇੰਟਰੈਕਟ ਵੇ ਨਾਲ ਤੰਗ ਕਰਦੀ ਹੈ, ਪਰ ਬੀਜੇਪੀ ਨੂੰ ਮੈਂ ਇੱਕ ਪੁਆਇੰਟ ਅਰਜ਼ ਕਰਦਾ ਕਿ ਦੇਖੋ ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ ਕਿ ਏਜੰਸੀਜ਼ ਜਿਹੜੀਆਂ ਨੇ ਉਹ ਰਲ ਮਿਲ ਕੇ ਕੰਮ ਕਰਦੀਆਂ। ਦੇਖੋ ਰਾਜਪਾਲ ਪੰਜਾਬ ਦੇ ਉਸ ਸਰਹੱਦੀ ਇਲਾਕੇ ਦਾ ਦੌਰਾ ਕਰਦੇ ਨੇ, ਨਸ਼ੇ ਦੇ ਉੱਪਰ ਉਹ ਬੋਲਦੇ ਨੇ, ਤਾਂ ਫਿਰ ਤੁਹਾਡੀ ਸਰਕਾਰ ਕਹਿੰਦੀ ਹੈ ਕਿ ਉਹ ਕਿਉਂ ਇਸ ਤਰੀਕੇ ਨਾਲ ਪੁਆਇੰਟ ਆਊਟ ਕਰ ਰਹੇ ਨੇ। ਤਾਂ ਮੈਂ ਉਸੇ ਚੀਜ਼ ਦਾ ਜੋ ਟੀਨਾ ਜੀ ਕਹਿ ਰਹੇ ਨੇ, ਮੈਂ ਉਹਨੂੰ ਥੋੜਾ ਜਿਹਾ ਅੱਗੇ ਲੈ ਕੇ ਜਾਣਾ ਕਿ ਦੇਖੋ ਇਸ ਤਰੀਕੇ ਨਾਲ ਫਿਰ ਕੋਲੈਬੋਰੇਸ਼ਨ ਜਾਂ ਕੋਆਪਰੇਸ਼ਨ ਕਿਵੇਂ ਹੋਏਗਾ। ਉਹ ਵੀ ਨਸ਼ੇ ਦੀ ਗੱਲ ਕਰ ਰਹੇ ਨੇ, ਤੁਸੀਂ ਵੀ ਨਸ਼ੇ ਦੀ ਗੱਲ ਕਰ ਰਹੇ ਹੋ, ਪਰ ਟਕਰਾਅ ਉਸੇ ਗੱਲ ਨੂੰ ਲੈ ਕੇ ਹੈ। ਸਰ ਗੱਲ 'ਚ ਫਰਕ ਹੈ। ਬੇਸਿਕਲੀ ਜਿਸ ਤਰੀਕੇ ਨਾਲ ਸਿਆਸਤ ਕਰਨ ਵਾਸਤੇ ਜਾਂ ਦੂਸਰੇ ਪਾਸੇ ਇੱਕ ਸਿਆਸਤ ਤੋਂ ਮੋਟੀਵੇਟਿਡ ਤੁਸੀਂ ਜਦੋਂ ਗਵਰਨਰ ਸਾਹਿਬ ਕੋਈ ਗੱਲ ਕਰਨਗੇ, ਦੈਨ ਬਿਲਕੁਲ ਟਕਰਾਅ ਹੋਏਗਾ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਹੁਣ ਅੱਜ ਵੀ ਜਿਹੜੇ ਇੰਸੀਡੈਂਟ ਦੀ ਗੱਲ ਕਰ ਲਓ, ਗਵਰਨਰ ਸਾਹਿਬ ਨੇ ਇੱਕ ਚੀਜ਼ ਕਹੀ ਸੀ, ਮੈਂ ਜਿਹੜੀ ਹੈ ਐਡਵੋਕੇਟ ਜਨਰਲ ਕੋਲੋਂ ਸਲਾਹ ਲੈ ਕੇ, ਅਟਾਰਨੀ ਜਨਰਲ ਕੋਲ ਸਲਾਹ ਲੈ ਕੇ ਮੈਂ ਫਿਰ ਕੋਈ ਰਿਪਲਾਈ ਦੇ ਸਕਦਾ ਜਾਂ ਫਿਰ ਕੋਈ ਕਮੈਂਟ ਕਰਾਂਗਾ। ਮੈਂ ਯਾਦ ਦਿਵਾਉਣਾ ਚਾਹੁੰਦਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜੋ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ, ਉਹਦੇ ਵਾਸਤੇ ਜਦੋਂ ਉਹਨਾਂ ਦੇ ਵਿੱਚ ਜਦੋਂ ਅਪਾਇੰਟ ਹੋਣੇ ਸੀਗੇ ਚਾਂਸਲਰ, ਉਸ ਟਾਈਮ ਦੇ ਉੱਤੇ ਵੀ ਇਹਨਾਂ ਨੇ ਲੈਣ ਗਏ ਸੀਗੇ ਸਲਾਹ ਵਾਸਤੇ ਕਿ ਮੈਂ ਤੁਹਾਨੂੰ ਸਲਾਹ ਕਰਕੇ ਦੱਸਾਂਗਾ ਉਹਦੇ ਵਾਸਤੇ, ਬਟ ਉਹ ਜਿਹੜੀ ਯੂਨੀਵਰਸਿਟੀ ਸੀਗੀ ਉਹ ਇਹਨਾਂ ਦੇ ਹੇਠ ਆਉਂਦੀ ਨਹੀਂ ਸੀਗੀ। ਅਸੀਂ ਵਾਰ-ਵਾਰ ਉਹ ਗੱਲ ਕਹਿ ਰਹੇ ਸੀਗੇ, ਉਹ ਜਿਹੜੀ ਯੂਨੀਵਰਸਿਟੀ ਹੈ ਉਹ ਗਵਰਨਰ ਦੇ ਹੇਠ ਨਹੀਂ ਆਉਂਦੀ, ਉਹਦੇ ਚਾਂਸਲਰ ਅਲੱਗ ਨੇ। ਸੋ ਉਦੋਂ ਵੀ ਉਸ ਤਰੀਕੇ ਨਾਲ ਤੁਸੀਂ ਦੇਖੋ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਦੋਂ ਵੀ ਇੱਕ ਬੜਾ ਲੰਬਾ ਡਰਾਫਟਡ ਜਿਹੜੀ ਬੀਜੇਪੀ ਆਫਿਸ ਤੋਂ ਜਿਹੜੀ ਇੱਕ ਲੈਟਰ ਆਉਂਦੀ ਹੈ, ਲੀਗਲ ਨੋਟਿਸ ਟਾਈਪ ਆਉਂਦਾ ਹੈ, ਉਹ ਵੀ ਲੋਕਾਂ ਸਾਹਮਣੇ ਹੈ। ਜਦੋਂ ਵੀ ਸਿਆਸਤ ਤੋਂ ਪ੍ਰਭਾਵਿਤ ਕੋਈ ਸਟੇਟਮੈਂਟ ਆਏਗੀ ਤਾਂ ਡੈਫੀਨਿਟਲੀ ਆਮ ਆਦਮੀ ਪਾਰਟੀ ਉਹਦਾ ਅਪੋਜ਼ ਕਰੇਗੀ ਤੇ ਉਹਦੀ ਕਰਦੀ ਰਹੇਗੀ। ਬਟ ਜਦੋਂ ਵੀ ਪੰਜਾਬ ਦੇ ਹਿੱਤ ਦੀ ਗੱਲ ਆਉਂਦੀ ਹੈ, ਸਾਨੂੰ ਕਿਸੇ ਨਾਲ ਵੀ ਅਗਰ ਕੋਲੈਬੋਰੇਸ਼ਨ ਕਰਨ ਦੀ ਗੱਲ ਲੋੜ ਪੈਂਦੀ ਹੈ, ਕਿਸੇ ਨਾਲ ਅਗਰ ਮਿਲ ਕੇ ਕੰਮ ਕਰਨ ਦੀ, ਏਜੰਸੀਆਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਪੈਂਦੀ ਹੈ, ਦੈਨ ਡੈਫੀਨਿਟਲੀ ਕੰਮ ਕਰ ਵੀ ਰਹੇ ਹਾਂ। 964 ਜਿਹੜੇ ਭਗੌੜੇ ਫੜੇ ਗਏ ਸੀਗੇ ਉਹ ਵੱਖ-ਵੱਖ ਸਟੇਟਾਂ 'ਚੋਂ ਫੜੇ ਜਾ ਚੁੱਕੇ ਨੇ। ਠੀਕ ਹੈ, ਚਲੋ ਮੇਰੇ ਕੋਲ ਹੁਣ ਸਮਾਂ ਥੋੜਾ ਹੀ ਹੈ, ਮੈਂ ਲਾਸਟ ਰਿਐਕਸ਼ਨ ਜਸਟ ਲੈਣਾ ਹੈ ਭੁੱਲਰ ਸਾਹਿਬ ਤੋਂ। ਭੁੱਲਰ ਸਾਹਿਬ, ਅੱਜ ਮੁੱਖ ਮੰਤਰੀ ਸਾਹਿਬ ਨੇ ਜਦੋਂ ਬੈਠਕ ਤੋਂ ਬਾਅਦ ਟਵੀਟ ਵੀ ਕੀਤਾ, ਉਹਦੇ ਵਿੱਚ ਕਿਹਾ ਕਿ ਸੁਝਾਅ ਵੀ ਦਿੱਤੇ ਅਸੀਂ ਕੇਂਦਰ ਨੂੰ ਕਿ ਡਰੋਨ ਦੀ ਜਿਹੜੀ ਆ ਉਹ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਇੱਕ NDPS ਐਕਟ ਦੇ ਵਿੱਚ ਸੋਧ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਇੱਕ ਅੰਕੜਾ ਵੀ ਜਾਰੀ ਕੀਤਾ ਕਿ 22,000 ਲੋਕਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈ ਇਸੇ ਨਸ਼ੇ ਦੇ ਮਾਮਲੇ ਦੇ ਵਿੱਚ। ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਕੋਈ ਅਸਰ ਇਸ ਦਾ ਪਏਗਾ? ਔਰ ਜਿਹੜੇ ਦੋ ਸੁਝਾਅ ਦਿੱਤੇ ਨੇ ਕਿ ਡਰੋਨ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਤੇ NDPS ਦੇ ਵਿੱਚ ਸੋਧ ਹੋਣੀ ਚਾਹੀਦੀ ਹੈ, ਉਹਦੇ ਬਾਰੇ ਕੀ ਕਹੋਗੇ? ਕੋਈ ਢੁਕਵੀਂ ਗੱਲ ਕਰਨੀ ਚਾਹੀਦੀ ਹੈ, ਕੋਈ ਕਮੇਟੀ ਸਰਕਸ ਤੇ ਹੈ ਨਹੀਂ। ਦੂਸਰੀ ਗੱਲ ਇਹ ਹੈ ਕਿ ਜਿਹੜੇ 22,000 ਗੱਲ ਕਰਦੇ ਨੇ, 22,000 ਤੇ ਉਹ ਲੋਕ ਨੇ ਜਿਹੜੇ ਡਰੱਗ ਲੈ ਰਹੇ ਸੀਗੇ, ਜਿਨ੍ਹਾਂ ਨੂੰ ਡਰੱਗ ਐਡਿਕਸ਼ਨ ਸੈਂਟਰ ਭੇਜਣ ਦੀ ਲੋੜ ਸੀ, ਜਿਨ੍ਹਾਂ ਨੂੰ ਹੈਲਥ ਸਰਵਿਸਿਜ਼ ਦੇਣ ਦੀ ਲੋੜ ਸੀਗੀ, ਜਿਨ੍ਹਾਂ ਨੂੰ ਮੈਡੀਕਲ ਏਡ ਦੇਣ ਦੀ ਲੋੜ ਸੀ, ਉਹਨਾਂ ਨੂੰ ਚੱਕ ਕੇ ਤੁਸੀਂ ਅੰਦਰ ਕਰਤਾ। ਤੇ ਜਿਹੜਾ ਬੰਦਾ ਡਰੱਗ ਫੜਾ ਰਿਹਾ, ਜਿਹੜਾ ਬੰਦਾ ਡਰੱਗ ਵਾਲਿਆਂ ਨੂੰ ਫੜਾ ਰਿਹਾ ਜਾ ਕੇ, ਉਹ ਤੇ ਤੁਸੀਂ ਪਰਚਾ ਦਰਜ ਕਰ ਦਿੰਦੇ ਹੋ। ਤੁਸੀਂ ਇਹ ਦੱਸੋ ਨਾ ਇਹਦੇ ਉੱਤੇ ਕਿੱਥੇ ਹੈ? ਪਰ ਜਿਹੜੀ ਬਾਰ-ਬਾਰ ਇੱਕ ਗੱਲ ਆਉਂਦੀ ਕਿ ਅਸੀਂ ਪੰਜਾਬ ਹਿੱਤ ਦੀ ਗੱਲ ਕਰਦੇ, ਪੰਜਾਬ ਹਿੱਤ ਦੀ ਜਿਹੜੀ 10 ਏਕੜ ਜ਼ਮੀਨ ਦੇਣ ਦੀ ਗੱਲ ਗਵਰਨਰ ਸਾਹਿਬ ਨੇ ਕੀਤੀ ਹੈ ਹਰਿਆਣਾ ਨੂੰ, ਉਹ ਤਾਂ ਤੱਕ ਤੁਹਾਡੇ ਕਿਸੇ ਨੁਮਾਇੰਦੇ ਦਾ 92 ਤੋਂ 92 ਦੇ ਵਿੱਚ ਹੀ, ਇੰਕਲੂਡਿੰਗ ਤੁਹਾਡੇ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ। ਕੋਈ ਤੁਸੀਂ ਉਹਦੇ ਉੱਤੇ ਕੋਰਟ 'ਚ ਜਾ ਰਹੇ, ਕੋਈ ਤੁਹਾਡੇ ਏਜ ਦਾ ਬਿਆਨ ਨਹੀਂ ਆਇਆ ਉੱਤੇ ਵੀ ਹਾਂ ਅਸੀਂ ਕੋਰਟ ਵਿੱਚ ਜਾਵਾਂਗੇ ਜਾਂ ਸੁਪਰੀਮ ਕੋਰਟ ਜਾਵਾਂਗੇ, ਇਹ ਨਹੀਂ ਦੇਣ ਦੇਵਾਂਗੇ ਜ਼ਮੀਨ। ਇਹ ਤਾਂ ਸਿਰਫ ਔਰ ਸਿਰਫ ਜਿਹੜਾ ਹੈਗਾ ਰਾਜਨੀਤੀ ਦਿਖਾਉਣ ਵਾਸਤੇ ਬਾਕੀ ਸਟੇਟਾਂ ਦੇ ਵਿੱਚ ਪੰਜਾਬ ਨੂੰ ਲੁੱਟ ਕੇ ਪੈਸਾ ਲਾਉਣ ਲਈ ਆਏ ਨੇ। ਡਰੱਗਸ ਖਤਮ ਕਰਨ ਦੀ ਗੱਲ ਜਿਹੜੀ ਚੁੱਕੀਆਂ ਮਾਰ ਕੇ ਕਰਦੇ ਸੀਗੇ, ਜਿਹੜੇ ਉਸ ਟਾਈਮ ਦੀਆਂ ਸਰਕਾਰਾਂ ਦੇ ਉੱਤੇ ਤੋਹਮਤਾਂ ਲਾਉਂਦੇ ਸੀਗੇ ਔਰ ਉੱਠ ਕੇ ਟੱਪ ਕੇ ਗੱਲਾਂ ਕਰਦੇ ਸੀਗੇ ਵੀ ਦੇਖੋ ਜੀ ਸਾਡੀ ਸਰਕਾਰ ਆ ਗਈ, ਡਰੱਗ 4 ਮਹੀਨਿਆਂ 'ਚ ਖਤਮ ਕਰ ਦਾਂਗੇ, 4 ਦਿਨਾਂ 'ਚ ਖਤਮ ਕਰ ਦਾਂਗੇ। ਅੱਜ ਉਹ ਬੜੀਆਂ ਮਿੱਠੀਆਂ ਗੱਲਾਂ ਕਰਕੇ ਕਹਿੰਦੇ ਆ ਕਿ ਇਹ ਚੀਜ਼ ਜਿਹੜੀ ਜਲਦੀ ਖਤਮ ਨਹੀਂ ਹੋ ਸਕਦੀ। ਤੇ ਕੀ ਉਸ ਸਮੇਂ ਦੇ ਉੱਤੇ ਜਿਹੜੇ ਐਲੀਗੇਸ਼ਨ ਲਾਏ ਗਏ ਉਹਦੀ ਮਾਫੀ ਮੰਗਣਗੇ ਲੋਕ?
ਜਿਹੜੇ ਉਦੋਂ ਦੇ ਟਾਈਮ ਦੇ ਲੀਡਰਾਂ ਦੇ ਉੱਤੇ ਠੀਕ ਹੈ ਭੁੱਲਰ ਸਾਹਿਬ, ਤੁਹਾਡਾ ਪੁਆਇੰਟ ਆਇਆ, ਪਰ ਮੈਂ ਹੁਣ ਕੰਟੀਨਿਊ ਨਹੀਂ ਕਰ ਪਾਉਂਗਾ, ਮਾਫੀ ਚਾਹੁੰਦਾ ਅੱਗੇ, ਕਿਉਂਕਿ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ। ਸ਼ੁਕਰੀਆ ਬਹੁਤ ਬਹੁਤ ਭੁੱਲਰ ਸਾਹਿਬ ਜੁੜਨ ਦੇ ਲਈ। ਅਕਾਲੀ ਦਲ ਤੋਂ, ਕਾਂਗਰਸ ਤੋਂ ਟੀਨਾ ਚੌਧਰੀ ਜੀ ਬਹੁਤ ਬਹੁਤ ਧੰਨਵਾਦ, ਔਰ ਆਮ ਆਦਮੀ ਪਾਰਟੀ ਤੋਂ ਸ਼ਸ਼ੀਵੀਰ ਜੀ ਬਹੁਤ ਬਹੁਤ ਧੰਨਵਾਦ। ਸੋ ਗੱਲਬਾਤ ਜਿਹੜੀ ਆ ਉਹ ਨਸ਼ੇ ਨੂੰ ਲੈ ਕੇ ਕੀਤੀ ਜਾ ਰਹੀ ਸੀ ਕਿ ਨਸ਼ੇ ਨੂੰ ਲੈ ਕੇ ਅੰਕੜੇ ਵੀ ਜਾਰੀ ਹੋਏ ਨੇ। ਐਨਸੀਬੀ ਦੇ ਵੱਲੋਂ ਇਹ ਅੰਕੜਾ ਜਾਰੀ ਕੀਤਾ ਗਿਆ ਕਿ 1,40,000 ਕਰੋੜ ਬਹੁਤ ਵੱਡੀ ਮਾਤਰਾ ਹੁੰਦੀ ਹੈ, ਉਸ ਡਰੱਗਸ ਨੂੰ ਨਸ਼ਟ ਕੀਤਾ ਗਿਆ। ਵੱਖ-ਵੱਖ ਉਹਦੇ ਵਿੱਚ ਸੂਬਿਆਂ ਦੇ ਵਿੱਚ ਵੀ ਜਿਹੜੇ ਨਸ਼ੇ ਨੇ ਉਹ ਵੀ ਉਹਦੇ ਵਿੱਚ ਸ਼ੁਮਾਰ ਨੇ। ਗ੍ਰਾਫਿਕਸ ਜ਼ਰੀਏ ਅਸੀਂ ਤੁਹਾਡੇ ਅੱਗੇ ਉਹ ਅੰਕੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਸਵਾਲ ਉੱਥੇ ਹੀ ਆ ਕੇ ਖੜਾ ਹੈ ਅੱਜ ਵੀ। ਬੇਸ਼ੱਕ ਹਜ਼ਾਰਾਂ ਕਰੋੜ ਦੇ ਜਿਹੜੇ ਨੇ ਉਹ ਨਸ਼ੇ ਨਸ਼ਟ ਕੀਤੇ ਜਾ ਰਹੇ ਨੇ, ਨਸ਼ੀਲੇ ਪਦਾਰਥ ਨਸ਼ਟ ਹੋ ਰਹੇ ਨੇ, ਪਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਅੱਜ ਵੀ ਤੁਹਾਨੂੰ ਨਸ਼ੇ ਦੇ ਨਾਲ ਪੀੜਤ ਜਿਹੜੇ ਨੌਜਵਾਨ ਨੇ ਜਾਂ ਘਰ ਨੇ ਉਹ ਦਿਸ ਜਾਣਗੇ। ਸਵਾਲ ਇਹੀ ਹੈ ਕਿ ਜੇਕਰ ਉਹ ਨਸ਼ਾ ਫੜਿਆ ਜਾ ਰਿਹਾ ਤਾਂ ਉਹ ਨਸ਼ਾ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਹੈ ਜਿਹੜਾ ਲੋਕਾਂ ਤੱਕ ਈਜ਼ੀਲੀ ਅਵੇਲੇਬਲ ਹੈ ਤੇ ਪਹੁੰਚ ਰਿਹਾ, ਤੇ ਉਸ ਤੇ ਕਾਰਵਾਈ ਕਦੋਂ ਹੋਏਗੀ ਤੇ ਨਸ਼ੇ ਦੀ ਅਲਾਮਤ ਤੋਂ ਖਹਿੜਾ ਕਦੋਂ ਛੁੱਟੇਗਾ। ਫਿਲਹਾਲ ਇਸ ਡਿਬੇਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।